ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਸ ਅਸਾੜ ਪਰਵਿਰਤਿਓ ਜਗ ਮੈਂ, ਇੱਕ ਦਿਨ ਸ਼੍ਰੀ ਪ੍ਰਭ ਚੜ੍ਹੇ ਸ਼ਿਕਾਰ। ਬਰਨ ਸੁਪੈ ਤੁਰੰਗਮ ਕੋ ਸ਼ੁਭ, ਜਿਮ ਰਬ ਬਾਹਨ ਸੁਬਤ ਉਦਾਰ। ਮਾਸ ਅਸਾੜ ਪਰਵਿਰਤਿਓ ਜਗ ਮਹਿ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਦਾਨ, ਗਰੀਬ ਨਵਾਜ ਅੰਤਰਜਾਮੀ, ਮਿਹਰਬਾਨ ਦਇਆਵਾਨ, ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ। ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ। ਗੁਰਤਾ ਗੱਦੀ ਉੱਤੇ ਸੁਭਾਏਮਾਨ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਮਹਾਨ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਏਮਾਨ ਗਰੀਬ ਨਵਾਜ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰ ਰਹੀ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਸੰਗਤ ਜੀ। ਸਤਿਗੁਰੂ ਜੀ ਨੇ ਆਪਾਂ ਸਾਰਿਆਂ ਉੱਤੇ ਦਇਆ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ। ਨਿਤਾ ਪ੍ਰਤੀ ਦੀ ਤਰ੍ਹਾਂ ਸ਼ਾਮਾਂ ਦਾ ਦੀਵਾਨ ਸਜਿਆ ਹੈ। ਗੁਰਬਾਣੀ ਦਾ ਕੀਰਤਨ ਜਿਹਨੂੰ ਸੁਣ ਕੇ ਅੰਦਰ ਦੀ ਮੈਲ ਦੂਰ ਹੁੰਦੀ ਹੈ। ਗੁਰਬਾਣੀ ਸੁਣ ਮੈਲ ਗਵਾਏ। ਗੁਰਬਾਣੀ ਜੀ ਦਾ ਕੀਰਤਨ ਬੜੇ ਪਿਆਰ ਨਾਲ ਰਾਗੀ ਸਿੰਘਾਂ ਨੇ ਆਪ ਜੀ ਨੂੰ ਸਰਵਣ ਕਰਵਾਇਆ ਹੈ। ਰੈਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ, ਜੇ ਜੰਤ ਸਰਬਤ ਨਾਉ ਤੇਰਾ ਧਿਆਵਣਾ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਭਗਤ ਜਨਾ ਕੈ ਸੰਗ ਪਾਪ ਗਵਾਵਣਾ। ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ। ਗੁਰਮੁਖੋ, ਇਹਨਾਂ ਪੰਕਤੀਆਂ ਦਾ ਕੀਰਤਨ ਰਾਗੀ ਸਿੰਘ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਜਿਹੜੇ ਆਤਮ ਵਿਛਾਣੀ ਬੁੱਧੀ ਵਾਲੇ ਗੁਰਮੁਖ ਪਿਆਰੇ ਹਨ, ਉਹ ਹਰ ਸਮੇਂ ਸਤਿਗੁਰਾਂ ਦੇ ਪ੍ਰੇਮ ਵਿੱਚ ਰੰਗੇ ਰਹਿੰਦੇ ਹਨ। ਭਾਵੇਂ ਰਾਤ ਹੋਵੇ ਭਾਵੇਂ ਦਿਨ ਹੋਵੇ, ਉਹ ਵਾਹਿਗੁਰੂ ਨੂੰ ਗਾਉਂਦੇ ਹੀ ਰਹਿੰਦੇ ਹਨ, ਵਾਹਿਗੁਰੂ ਵਿੱਚ ਰੱਤੇ ਹੀ ਰਹਿੰਦੇ ਹਨ। ਔਰ ਉਹਨਾਂ ਦੇ ਅੰਦਰ ਦੀ ਵੇਦਨਾ ਜਦੋਂ ਉਹ ਕੋਈ ਪਦਾਰਥ ਛਕਦੇ ਆ ਨਾ ਗੁਰਮੁਖੋ, ਫਿਰ ਉਹ ਇਹ ਕਹਿੰਦੇ ਆ ਵੀ ਹੇ ਵਾਹਿਗੁਰੂ ਤੂੰ ਦਾਤਾ ਹੈ। ਦਾਤਾ ਦਾ ਭਾਵ ਹੈ ਦੇਣ ਵਾਲਾ, ਦਾਤਾਰ ਦਾਤਾਂ ਦੇਣ ਵਾਲਾ। ਔਰ ਤੇਰਾ ਦਿੱਤਾ ਖਾਵਣਾ, ਮਹਾਰਾਜ ਤੁਹਾਡਾ ਦਿੱਤਾ ਹੀ ਅਸੀਂ ਖਾਂਦੇ ਹਾਂ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਸੋ ਇਹਨਾਂ ਪੰਕਤੀਆਂ ਦਾ ਕੀਰਤਨ ਰਾਗੀ ਸਿੰਘ ਆਪ ਜੀ ਨੂੰ ਬੜੇ ਪਿਆਰ ਨਾਲ ਸਰਵਣ ਕਰਵਾ ਰਹੇ ਸਨ। ਆਓ ਗੁਰਮੁਖੋ, ਸਤਿਗੁਰਾਂ ਦੀ ਕਥਾ ਸੁਣੀਏ ਪਿਆਰ ਨਾਲ। ਜਦੋਂ ਆਪਾਂ ਸਕੂਲ ਜਾਂਦੇ ਹਾਂ ਕਿਸੇ, ਤਾਂ ਸਕੂਲ ਦਾ ਇੱਕ ਨਿਯਮ ਹੁੰਦਾ ਹੈ। ਉਹ ਨਿਯਮ ਕੀ ਹੈ?
ਉਹ ਨਿਯਮ ਇਹ ਹੁੰਦਾ ਹੈ ਵੀ ਬੱਚੇ ਸਾਰੇ ਇੱਕ ਤਰਤੀਬ ਵਿੱਚ ਬੈਠਦੇ ਆ। ਵਿਦਿਆਰਥੀ ਜਿੰਨੇ ਹੁੰਦੇ ਇੱਕ ਤਰਤੀਬ ਵਿੱਚ ਬੈਠਦੇ ਆ। ਜਦੋਂ ਇੱਕ ਤਰਤੀਬ ਵਿੱਚ ਬੈਠਦੇ ਆ, ਉਹਨਾਂ ਨੂੰ ਪੜ੍ਹਨ ਦਾ ਆਨੰਦ ਆਉਂਦਾ ਹੈ, ਉਸਤਾਦ ਨੂੰ ਪੜ੍ਹਾਉਣ ਦਾ ਆਨੰਦ ਆਉਂਦਾ ਹੈ। ਕਦੀ ਇਸ ਤਰ੍ਹਾਂ ਵੇਖਿਆ ਵੀ ਅਗਲੇ ਡੈਕਸ ਸਾਰੇ ਖਾਲੀ ਹੋਣ ਤੇ ਬੱਚੇ ਪਿੱਛੇ ਮਗਰਲੇ ਡੈਕਸਾਂ ਤੇ ਬੈਠੇ ਹੋਣ? ਤੇ ਗੁਰਮੁਖੋ ਇਦਾਂ ਕਿਸੇ ਵੀ ਜਮਾਤ 'ਚ ਨਹੀਂ ਹੁੰਦਾ। ਪਰ ਇਸ ਤਰ੍ਹਾਂ ਕਿਉਂ ਹੁੰਦਾ ਹੈ ਵੀ ਗੁਰੂ ਘਰ ਜਦੋਂ ਅਸੀਂ ਆਉਂਦੇ ਹਾਂ ਤਾਂ ਗੁਰੂ ਘਰ ਆ ਕੇ ਇਸ ਬੰਨੋਂ ਅਵੇਸਲੇ ਹੋ ਜਾਂਦੇ ਆ। ਅਵੇਸਲੇ ਨਹੀਂ ਹੋਣਾ ਚਾਹੀਦਾ। ਸੋ ਜਿੰਨੀਆਂ ਸੰਗਤਾਂ ਅੱਗੇ ਬੈਠੀਆਂ ਨੇ ਮੁਬਾਰਕ ਹੈ, ਅੱਜ ਕਹਿਣ ਦੀ ਲੋੜ ਨਹੀਂ ਪਈ। ਪਰ ਜਿਹੜੇ ਅਜੇ ਵੀ ਮਗਰ ਬੈਠੇ ਆ, ਪਿੱਛੇ ਬੈਠੇ ਆ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਆਓ ਅੱਗੇ ਆ ਕੇ ਬੈਠੋ, ਸਤਿਗੁਰਾਂ ਦੇ ਚਰਨਾਂ ਵਿੱਚ ਬੈਠੋ। ਯੋਗ ਵਿਦਿਆਰਥੀ ਜਿਹੜੇ ਆ, ਲਾਇਕ ਬੱਚੇ ਜਿਹੜੇ ਆ, ਉਹ ਅੱਗੇ ਆ ਕੇ ਬੈਠਦੇ ਆ, ਉਹ ਮੂਹਰੇ ਬੈਠਦੇ ਆ। ਸੋ ਗੁਰਮੁਖੋ ਸਤਿਗੁਰੂ ਜੀ ਦੀ ਕਥਾ ਸੁਣਨੀ ਹੈ, ਦੋਵੇਂ ਹੱਥ ਜੋੜ ਕੇ ਪਿਆਰ ਨਾਲ ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਧੰਨ ਧੰਨ ਗੁਰਦੇਵ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਾਨ ਪਾਵਨ ਪਵਿੱਤਰ ਕਥਾ ਸੰਗਤਾਂ ਬੜੇ ਪਿਆਰ ਦੇ ਨਾਲ ਹਰ ਰੋਜ਼ ਗੁਰਦੁਆਰਾ ਮੰਜੀ ਸਾਹਿਬ ਤੋਂ ਸਰਵਣ ਕਰਦੀਆਂ ਹਨ। ਗੁਰਮੁਖੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਮਹਿਮਾ ਦਾ ਕੱਲ ਪ੍ਰਸੰਗ ਸੀ। ਬੜੇ ਹੀ ਬਚਨ ਹੋ ਜਾਂਦੇ ਆ, ਜੀਵਨ ਵਿੱਚ ਬੜੀਆਂ ਗੱਲਾਂ ਹੁੰਦੀਆਂ ਨੇ। ਸੰਗਤ ਵਾਸਤੇ ਲੰਗਰ ਪੱਕ ਰਿਹਾ ਤੇ ਇੱਕ ਗੁਰੂ ਕੇ ਸਿੱਖ ਨੇ, ਉਹਦੀ ਡਿਊਟੀ ਲੱਗੀ ਸੀ ਕਾਂ ਉਡਾਉਣ ਦੀ। ਹੁਣ ਤਾਂ ਇਹ ਪੰਛੀ ਵੀ ਘਟ ਗਏ ਆ, ਨਾ ਚਿੜੀਆਂ ਹੀ ਨਜ਼ਰ ਆਉਂਦੀਆਂ। ਤੁਸੀਂ ਬਜ਼ੁਰਗ ਬੈਠੇ ਹੋ, ਮੈਂ ਆਪਦੀ ਹੋਸ਼ ਦੀਆਂ ਗੱਲਾਂ ਕਰਦਾ। ਦਰਬਾਰ ਸਾਹਿਬ ਦੁੱਖ ਭੰਜਨੀ ਬੇਰੀ, ਬਾਬਾ ਬੁੱਢਾ ਜੀ ਦੀ ਬੇਰੀ, ਇਲਾਚੀ ਬੇਰੀ, ਸੋਦਰ ਦੇ ਟਾਈਮ ਤੇ ਸਾਰੀਆਂ ਚਿੜੀਆਂ ਆ ਕੇ ਬਹਿ ਜਾਂਦੀਆਂ ਸਨ। ਪੱਤੇ ਘੱਟ ਨਜ਼ਰ ਆਉਂਦੇ ਸੀ ਤੇ ਚਿੜੀਆਂ ਜ਼ਿਆਦਾ ਨਜ਼ਰ ਆਉਂਦੀਆਂ ਸਨ। ਇਹ ਗੱਲ ਮੈਂ ਵੀ ਦੇਖੀ ਹੈ। ਆਪ ਵੱਡੀਆਂ ਉਮਰਾਂ ਵਾਲੇ ਸਿਆਣੇ ਬੈਠੇ ਹੋ, ਤੁਸੀਂ ਵੀ ਵੇਖੀ ਹੋਏਗੀ। ਪੱਤੇ ਨਹੀਂ ਸੀ ਨਜ਼ਰ ਆਉਂਦੇ, ਰਾਤ ਨੂੰ ਚਿੜੀਆਂ ਹੀ ਨਜ਼ਰ ਆਉਂਦੀਆਂ ਸੀ। ਹੁਣ ਨਾ ਕੋਈ ਚਿੜੀ ਲੱਭਦੀ, ਨਾ ਕਬੂਤਰ ਲੱਭਦਾ, ਨਾ ਕਾਂ ਲੱਭਦੇ। ਤੇ ਜਿੱਥੇ ਭੋਜਨ ਪ੍ਰਸ਼ਾਦਾ ਬਣਾਉਣਾ ਹੁੰਦਾ ਸੀ, ਉੱਥੇ ਧਿਆਨ ਰੱਖਣਾ ਪੈਂਦਾ ਸੀ ਇਹਨਾਂ ਦਾ। ਸੋ ਇੱਕ ਸਿੱਖ ਨੇ ਡਿਊਟੀ ਸੀ ਉਹਦੀ ਕਾਂ ਡਾਉਣ ਦੀ। ਉਹਨੇ ਗੁਲੇਲ ਮਾਰੀ, ਕਾਂ ਲੰਗੜਾ ਹੋ ਗਿਆ। ਮਹਾਰਾਜ ਨੂੰ ਪਤਾ ਲੱਗਾ, ਸਹਿਜ ਸੁਭਾਅ ਮਹਾਰਾਜ ਨੇ ਬਚਨ ਕੀਤਾ। ਮਹਾਰਾਜ ਕਹਿਣ ਲੱਗੇ ਕਾਂ ਦੇ ਵਾਹਿਗੁਰੂ ਜਿਹਨੇ ਕਾਂ ਲੰਗੜਾ ਕੀਤਾ ਨਰਕਾਂ 'ਚ ਜਾਵੇ। ਹੁਣ ਉਹ ਸਿੱਖ ਦਾ ਬੱਚਾ ਸੀ, ਸਿੱਖ ਨੂੰ ਪਤਾ ਲੱਗਾ। ਉਧਰੋਂ ਬੱਚਾ ਵਿਚਾਰਾ ਬਿਮਾਰ ਜਿਹਾ ਹੋ ਗਿਆ, ਢਿੱਲਾ ਮੱਠਾ ਹੋ ਗਿਆ। ਸਿੱਖ ਨੂੰ ਚਿੰਤਾ ਪੈ ਗਈ। ਮਹਾਰਾਜ ਸ਼ਿਕਾਰ ਤੇ ਚੜ੍ਹੇ ਤੇ ਸਿੱਖ ਨੇ ਬਾਬਾ ਬਿਧੀ ਚੰਦ ਜੀ ਨੂੰ ਕਿਹਾ ਵੀ ਮੇਰੇ ਬੱਚੇ ਨੂੰ ਬਖਸ਼ਾ। ਬਾਬਾ ਬਿਧੀ ਚੰਦ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਸਿੱਖ ਨੇ। ਬਾਬਾ ਜੀ ਕਹਿੰਦੇ ਕੋਈ ਨਹੀਂ, ਤੈਨੂੰ ਬਖਸ਼ਾ ਦਿੰਦੇ ਆ। ਗੁਰਮੁਖੋ ਬਾਬਾ ਬਿਧੀ ਚੰਦ ਜੀ ਨੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ। ਮਹਾਰਾਜ ਆਪ ਜੀ ਨੇ ਬੜਾ ਸਖਤ ਵਚਨ ਕੀਤਾ ਸੀ, ਮਹਾਰਾਜ ਆ ਤੁਹਾਡਾ ਸਿੱਖ ਹੈ, ਇਹਦਾ ਪੁੱਤ ਹੈ ਉਹ ਜਿਹਦੇ ਕੋਲੋਂ ਕਾਂ ਲੰਗੜਾ ਹੋ ਗਿਆ ਸੀ। ਤੇ ਗੁਰਮੁਖੋ ਸਤਿਗੁਰਾਂ ਨੇ ਵਚਨ ਕੀਤਾ। ਮਹਾਰਾਜ ਕਹਿੰਦੇ ਪਿਓ ਪਿਤਾ ਕਈ ਵਾਰੀ ਕਹਿੰਦੇ ਆਪਣੇ ਪੁੱਤ ਨੂੰ ਦਬਕਾ ਮਾਰ ਦਿੰਦਾ, ਝਿੜਕ ਮਾਰ ਦਿੰਦਾ, ਪਰ ਉਹਦੀ ਝਿੜਕ ਜਿਹੜੀ ਹੈ ਉਹ ਕੋਈ ਸਰਾਪ ਨਹੀਂ ਬਣ ਜਾਂਦੀ, ਉਹਦੇ ਭਲੇ 'ਚ ਮਾਰਦਾ। ਪਿਤਾ ਦੀ ਝਿੜਕ ਸਰਾਪ ਥੋੜੀ ਬਣ ਜਾਂਦੀ। ਮਹਾਰਾਜ ਕਹਿੰਦੇ, ਮਹਾਰਾਜ ਕਹਿੰਦੇ ਸਾਡਾ ਸਿੱਖ ਹੈ ਨਰਕਾਂ 'ਚ ਕਿਵੇਂ ਜਾਏਗਾ? ਨਰਕਾਂ ਵਿੱਚ ਤੁਰਕਾਂ ਦਾ ਜਾਏਗਾ। ਜਿਹੜੇ ਗੁਰੂ ਘਰ ਤੇ ਚੜ੍ਹਾਈ ਕਰਦੇ ਆ ਇਹ ਜਾਣਗੇ, ਇਹਨਾਂ ਦਾ ਪਿੰਡ ਜਾਏਗਾ ਛੋਟਾ ਮੀਰ।
ਇਹ ਬਚਨ ਸਾਧ ਸੰਗਤ ਜੀ ਸਤਿਗੁਰਾਂ ਨੇ ਕੀਤਾ, ਆਪ ਜੀ ਨੇ ਸੁਣਿਆ। ਇਹਦਾ ਇੱਕ ਭਾਵ ਹੈ ਵੀ ਮਹਾਰਾਜ ਸੱਚੇ ਪਾਤਸ਼ਾਹ ਸਦਾ ਆਪਣੇ ਸਿੱਖਾਂ ਦਾ ਭਲਾ ਕਰਦੇ ਗੁਰਮੁਖੋ। ਕਦੀ ਮਹਾਰਾਜ ਆਪਣੇ ਸਿੱਖਾਂ ਦਾ ਬੁਰਾ ਨਹੀਂ ਕਰਦੇ। ਸਿੱਖਾਂ ਦਾ ਛੱਡੋ, ਕੁੱਲ ਲਕਾਈ ਵਿੱਚ ਜਿੰਨੇ ਜੀਵ ਨੇ ਮਹਾਰਾਜ ਕਿਸੇ ਦਾ ਵੀ ਬੁਰਾ ਨਹੀਂ ਕਰਦੇ ਜੀ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਮਹਾਰਾਜ ਤਾਂ ਸਾਰਿਆਂ ਦਾ ਭਲਾ ਕਰਦੇ ਨੇ ਸੱਚੇ ਪਾਤਸ਼ਾਹ। ਸੋ ਆਪ ਜੀ ਨੇ ਇੱਥੋਂ ਤੱਕ ਕਥਾ ਸੁਣੀ ਸੀਗੀ। ਹੁਣ ਅੱਗੇ ਬੜਾ ਇੱਕ ਵਧੀਆ ਹੋਰ ਪ੍ਰਸੰਗ ਹੈ, ਉਹ ਕਥਾ ਆਪਾਂ ਸਰਵਣ ਕਰਨੀ ਹੈ। ਧਰੋ ਛੇਵੇਂ ਪਾਤਸ਼ਾਹ ਸਤਿਗੁਰਾਂ ਦੇ ਚਰਨਾਂ ਦਾ ਧਿਆਨ, ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਸ ਅਸਾੜ ਪਰਵਿਰਤਿਓ ਜਗ ਮਹਿ, ਇੱਕ ਦਿਨ ਸ਼੍ਰੀ ਪ੍ਰਭ ਚੜੇ ਸ਼ਿਕਾਰ। ਹਾੜ ਦਾ ਮਹੀਨਾ ਚੜਿਆ ਗੁਰਮੁਖੋ, ਹਾੜ ਦਾ ਮਹੀਨਾ ਚੜਿਆ। ਤੇ ਹਾੜ ਦਾ ਮਹੀਨਾ ਬੜੀ ਗਰਮੀ ਵਾਲਾ ਹੁੰਦਾ ਜੀ। ਆ ਹੁਣੇ ਲੰਘ ਕੇ ਗਿਆ, ਕਿੰਨੀ ਗਰਮੀ ਸੀਗੀ। ਹਾੜ ਦਾ ਮਹੀਨਾ ਲੰਘਿਆ, ਵਾਹਿਗੁਰੂ ਹਾੜ ਦਾ ਮਹੀਨਾ ਚੜਿਆ ਸੀ। ਕਰਤਾਰਪੁਰ ਸਾਹਿਬ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਸ਼ਿਕਾਰ ਤੇ ਚੜੇ ਹਨ। ਭਰਨ ਸੁਪੈਦ ਤੁਰੰਗਮ ਕੋ ਸ਼ੁਭ, ਜਿਮ ਰਬ ਬਾਹਨ ਸੁਬਤ ਉਦਾਰ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਿੱਡੀ ਬਰੀਕੀ ਵਿੱਚ ਕਥਾ ਲਿਖਦੇ ਆ। ਕਹਿੰਦੇ ਸਤਿਗੁਰੂ ਐਨ ਦੁੱਧ ਵਰਗੇ ਚਿੱਟੇ ਰੰਗ ਦੇ ਘੋੜੇ ਉੱਤੇ ਸੱਜੇ ਹਨ। ਜਾਮਾ ਗਰ ਅਬ ਰਾਮ ਚੀਨ ਬਹੁ, ਸੂਖਮ ਸੂਤ ਦਿਪੈ ਤਨ ਚਾਰ। ਔਰ ਮਹਾਰਾਜ ਸਤਿਗੁਰਾਂ ਨੇ ਆਪਣੇ ਗਲ ਵਿੱਚ, ਆਪਣੇ ਬਦਨ ਤੇ ਬਹੁਤ ਸੋਹਣਾ ਬਰੀਕ ਉਜਲ ਚਮਕਦਾ ਜਾਮਾ ਭਾਵ ਚੋਲਾ ਸਤਿਗੁਰਾਂ ਨੇ ਪਹਿਨਿਆ ਹੈ। ਸਿਰ ਉਸ਼ਨੀਕ ਨੀਕ ਵਿਦ ਬੰਦਨ, ਹੀਰੇ ਸਵੇਤ ਜਗਾ ਦੁਤਕਾਰ। ਤੇ ਮਹਾਰਾਜ ਨੇ ਉਸ ਦਿਨ ਦਸਤਾਰ ਵੀ ਬੜੀ ਸੋਹਣੀ ਸਜਾਈ ਸੀ। ਉਸ਼ਨੀਕ ਕਹਿੰਦੇ ਦਸਤਾਰ ਨੂੰ। ਚਿੱਟੇ ਰੰਗ ਦੇ ਘੋੜੇ ਤੇ ਹਨ ਸੱਚੇ ਪਾਤਸ਼ਾਹ ਜੀ। ਮਹਾਰਾਜ ਜੀ ਨੇ ਬਹੁਤ ਸੋਹਣੇ ਬਸਤਰ ਸਜਾਏ ਹਨ ਆਪਣੇ ਸਰੀਰ ਦੇ ਉੱਤੇ। ਔਰ ਉਸ ਦਿਨ ਸਤਿਗੁਰਾਂ ਨੇ ਦਸਤਾਰਾ ਵੀ ਬਹੁਤ ਸੁੰਦਰ ਛੇਵੇਂ ਪਾਤਸ਼ਾਹ ਸਤਿਗੁਰਾਂ ਨੇ ਸਜਾਇਆ ਹੈ। ਮੁਕਤਾ ਗੋਲ ਮੋਲ ਬਹੁ ਜਿਨ ਕੋ, ਉਜਲ ਮਾਲਾ ਦਿਪਤ ਵਿਸਾਲ। ਬਹੁਤ ਸੋਹਣੀ ਇੱਕ ਮਾਲਾ ਸਤਿਗੁਰਾਂ ਨੇ ਆਪਣੇ ਗਲ ਵਿੱਚ ਸਜਾਈ ਹੈ, ਸੁੱਚੇ ਮੋਤੀਆਂ ਦੀ। ਬਾਜ ਸੁਪੈਦ ਹਾਥ ਪਰ ਬੈਠਿਓ, ਮਨੋ ਮਾਨ ਸਰ ਆਏ ਮਰਾਲ। ਤੇ ਗਰੀਬ ਨਵਾਜ ਸਤਿਗੁਰਾਂ ਦੀ ਦਸਤਾਰ ਉੱਤੇ ਸੋਹਣੀ ਕਲਗੀ ਜਿਗਾ ਸਜਿਆ ਹੋਇਆ। ਹੱਥ ਵਿੱਚ ਮਹਾਰਾਜ ਨੇ ਬਾਜ ਫੜਿਆ ਹੋਇਆ। ਬਾਜ ਫੜਿਆ ਹੈ, ਕਹਿੰਦੇ ਉਹ ਵੀ ਚਿੱਟਾ ਬਾਜ, ਉਹ ਚਿੱਟਾ ਬਾਜ ਜਿਹੜਾ ਅਸਮਾਨ ਖਾਨ ਨੇ ਖੋਇਆ ਸੀਗਾ ਇੱਕ ਹਿਸਾਬ ਨਾਲ। ਉਹ ਚਿੱਟਾ ਬਾਜ ਸਤਿਗੁਰਾਂ ਨੇ ਆਪਣੇ ਹੱਥ ਵਿੱਚ ਪਕੜਿਆ ਹੈ, ਮਾਨੋ ਮਾਨ ਸਰੋਵਰ ਤੋਂ ਹੰਸ ਲੈ ਕੇ ਆਏ ਹੋਣ। ਇਸ ਤਰ੍ਹਾਂ ਦਾ ਚਿੱਟਾ ਬਾਜ ਸਤਿਗੁਰਾਂ ਨੇ ਆਪਣੇ ਹੱਥ ਵਿੱਚ ਸਜਾਇਆ ਹੈ। ਚੰਦ ਕੁੰਦ ਮਾਨਿੰਦ ਸੁਦਾ ਨਹਿ, ਸਜਤ ਸਵੇਤਤਾ ਇਸ ਬਿਦ ਨਾਲ। ਹੁਣ ਸਾਰਾ ਕੁਝ ਲਗਭਗ ਚਿੱਟਾ 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 ਚੋਲਾ ਹੈ, ਸੋਹਣੀ ਦਸਤਾਰ ਹੈ, ਚਿੱਟੀ ਕਲਗੀ ਹੈ, ਚਿੱਟੀ ਮੋਤੀਆਂ ਦੀ ਮਾਲਾ ਸਤਿਗੁਰਾਂ ਨੇ ਆਪਣੇ ਗਲ ਵਿੱਚ ਪਾਈ ਹੈ। ਚਿੱਟੇ ਹੀ ਘੋੜੇ ਉੱਤੇ ਸੱਚੇ ਪਾਤਸ਼ਾਹ ਬੈਠੇ ਹੈ, ਔਰ ਚਿੱਟੇ ਰੰਗ ਦਾ ਹੀ ਬਾਜ ਹੈ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ।
ਕਹਿੰਦੇ ਮਹਾਰਾਜ ਗਰੀਬ ਨਵਾਜ ਦੀ ਐਨ ਮਾਨੋ ਵੀ ਚਟਿਆਈ ਹੈ, ਸਾਰਾ ਸਫੇਦ ਹੀ ਸਫੇਦ ਹੈ, ਉਜਲ ਹੀ ਉਜਲ ਮਹਾਰਾਜ ਨੇ ਰੂਪ ਬਣਾਇਆ ਹੈ। ਸ਼੍ਰੀ ਗੁਰ ਦਿੱਤਾ ਅਗਰ ਸਿਧਾਵਤ, ਵਿਧੀ ਚੰਦ ਗੁਰ ਪਾਛੈ ਚਾਲ। ਬੜੇ ਗੁਰਸਿੱਖ ਹਨ ਨਾਲ ਨਾਲ ਮਹਾਰਾਜ ਦੇ। ਬਾਬਾ ਗੁਰਦਿੱਤਾ ਜੀ ਅੱਗੇ ਅੱਗੇ ਜਾ ਰਹੇ ਹੈ, ਵਿਚਕਾਰ ਛੇਵੇਂ ਪਾਤਸ਼ਾਹ ਹੈ, ਔਰ ਛੇਵੇਂ ਪਾਤਸ਼ਾਹ ਜੀ ਤੋਂ ਮਗਰ ਨੇ ਬਾਬਾ ਬਿਧੀ ਚੰਦ ਸਾਹਿਬ ਜੀ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸ਼ਿਕਾਰ ਤੇ ਪਹੁੰਚੇ ਹਨ। ਰਹਿਓ ਜਾਮ ਦਿਨ ਗਮਨਤ ਇਸ ਬਿਦ, ਦੋਈ ਸਿੱਖ ਆਏ ਅਗਵਾਏ। ਭਾਈ ਸੰਤੋਖ ਸਿੰਘ ਜੀ ਮਹਾਰਾਜ ਦਾ ਰੂਪ ਵੀ ਵਰਣਨ ਕਰਦੇ ਆ। ਕਹਿੰਦੇ ਲਾਲ ਸੁਰਖ ਚਿਹਰਾ, ਚਿਹਰੇ ਤੇ ਜਲਾਲ ਹੈ ਸਤਿਗੁਰਾਂ ਦੇ। ਬੜਾ ਹੀ ਰੂਪ ਚੜਿਆ ਮਹਾਰਾਜ ਸਤਿਗੁਰਾਂ ਨੂੰ। ਤੁਸੀਂ ਆਪ ਅੰਦਾਜ਼ਾ ਲਾਓ ਵੀ ਕਿੱਡਾ ਸੋਹਣਾ ਸਤਿਗੁਰਾਂ ਦਾ ਰੂਪ ਹੋਏਗਾ। ਵਾਹ ਵਾਹ, ਚਿੱਟੇ ਰੰਗ ਦਾ ਹੀ ਚੋਲਾ, ਚਿੱਟੇ ਰੰਗ ਦਾ ਹੀ ਘੋੜਾ, ਔਰ ਚਿੱਟੇ ਰੰਗ ਦਾ ਹੀ ਬਾਜ ਆਪਣੇ ਹੱਥ ਤੇ ਸਜਾਇਆ ਹੈ। ਭਾਈ ਸੰਤੋਖ ਸਿੰਘ ਸਾਹਿਬ ਜੀ ਤੇ ਕਿੰਤੂ ਪਰੰਤੂ ਕਰਦੇ ਆ। ਕਿੰਨੀ ਬਰੀਕੀ 'ਚ ਕਥਾ ਲਿਖੀ ਹੈ ਭਾਈ ਸੰਤੋਖ ਸਿੰਘ ਜੀ ਨੇ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਸ਼ਿਕਾਰ ਖੇਡਦੇ ਹਨ, ਔਰ ਸ਼ਿਕਾਰ ਵਾਸਤੇ ਗਰੀਬ ਨਵਾਜ ਸਤਿਗੁਰੂ ਜੀ ਘੋੜੇ ਨੂੰ ਭਜਾਉਂਦੇ ਹਨ। ਰਹਿਓ ਜਾਮ ਦਿਨ ਗਮਨਤ ਇਸ ਬਿਦ, ਦੋਏ ਸਿੱਖ ਆਏ ਅਗਵਾਏ। ਇੱਕ ਪਹਿਰ ਦਿਨ ਲੰਘ ਗਿਆ ਸਾਧ ਸੰਗਤ ਜੀ, ਤੇ ਉਸ ਸਮੇਂ ਦੋ ਗੁਰੂ ਕੇ ਬੜੇ ਪਿਆਰੇ ਸਿੱਖ, ਸਤਿਗੁਰਾਂ ਨੂੰ ਪ੍ਰੇਮ ਕਰਨ ਵਾਲੇ ਸਾਧ ਸੰਗਤ ਜੀ, ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਉੱਥੇ ਹੀ ਮਗਰ ਮਗਰ ਪਹੁੰਚ ਗਏ ਹਨ। ਪਹੁੰਚ ਅਗੇਰੇ ਕਰ ਪਗ ਬੰਦਨ, ਪਿਕ ਸਤਿਗੁਰ ਠਾਡੇ ਤਿਸ ਥਾਏ। ਹੁਣ ਉਹ ਮਹਾਰਾਜ ਦੇ ਦਰਸ਼ਨ ਕਰਨ ਲਈ ਪਹੁੰਚ ਗਏ। ਅੱਗੇ ਪਹੁੰਚੇ, ਛੇਵੇਂ ਪਾਤਸ਼ਾਹ ਮਹਾਰਾਜ ਨੇ ਘੋੜਾ ਰੋਕ ਲਿਆ। ਉਹਨਾਂ ਦੋਵਾਂ ਪਿਓ ਪੁੱਤਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ। ਦਰਸ਼ਨ ਕਰਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਇੱਕ ਵਾਰੀ ਆਪਾਂ ਵੀ ਕਰੀਏ ਨਮਸਕਾਰ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਮੁਖੋ 9 ਪ੍ਰਕਾਰ ਦੀ ਭਗਤੀ ਹੈ। ਉਹਦੇ ਵਿੱਚ ਇੱਕ ਭਗਤੀ ਹੈ ਆਪਣੇ ਗੁਰੂ ਨੂੰ, ਆਪਣੇ ਇਸ਼ਟ ਨੂੰ ਬੜੇ ਪਿਆਰ ਨਾਲ ਨਮਸਕਾਰ ਕਰਨੀ। ਕਰ ਡੰਡੌਤ ਪੁੰਨ ਵੱਡਾ ਹੈ। ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਆ। ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਨੇ ਬੜੇ ਪਿਆਰ ਨਾਲ ਘੋੜਾ ਰੋਕਿਆ। ਉਹਨਾਂ ਗੁਰਸਿੱਖਾਂ ਨੇ ਬੜੇ ਪ੍ਰੇਮ ਨਾਲ ਦਰਸ਼ਨ ਕੀਤੇ, ਨਮਸਕਾਰ ਕੀਤੀ। ਬੂਝਨ ਕਰੀ ਕਹਾਂ ਤੇ ਤੁਮ ਹੋ, ਕਿਆ ਤੁਮ ਕਾਜ ਕਰਤ ਸਤ ਭਾਏ। ਹੁਣ ਅੰਤਰਜਾਮੀ ਸਤਿਗੁਰੂ ਜੀ ਜਾਣਦੇ ਤੇ ਸਾਰੀ ਗੱਲ ਹੈ, ਪਰ ਮਹਾਰਾਜ ਉਹਨਾਂ ਨੂੰ ਪੁੱਛਦੇ ਆ। ਮਹਾਰਾਜ ਕਹਿੰਦੇ ਭਾਈ ਕੀ ਕਰਦੇ ਹੁੰਦੇ ਹੋ, ਕੌਣ ਤੁਸੀਂ, ਕਿਧਰੋਂ ਆਏ ਹੋ। ਕਿਤ ਕਉ ਗਮਨੇ ਕਿਆ ਚਿਤ ਇੱਛਾ, ਸੁਨ ਦੋਇਨ ਮੁਖ ਬਾਕ ਅਲਾਏ। ਕੀ ਕੰਮ ਹੈ, ਕਿੱਧਰ ਜਾਣਾ, ਕੀ ਤੁਹਾਡੇ ਮਨ ਦੀ ਇੱਛਾ ਹੈ, ਭਾਈ ਸਾਨੂੰ ਸਾਰੀ ਗੱਲ ਦੱਸੋ। ਕਰਤ ਚ ਤੇਰੇ ਕੀ ਕ੍ਰਿਤ ਸੁੰਦਰ, ਜਾਤ ਹਮਾਰੀ ਲਖੋ ਤਿਖਾਨ। ਉਹ ਮਹਾਰਾਜ ਸਤਿਗੁਰਾਂ ਨੂੰ ਕਹਿਣ ਲੱਗੇ, ਸਤਿਗੁਰੂ ਅਸੀਂ ਤਰਖਾਣ ਹਾਂ, ਔਰ ਮਹਾਰਾਜ ਚਿਤੇਰੇ ਦਾ ਕੰਮ ਕਰਦੇ। ਚਿਤੇਰੇ ਦਾ ਕੰਮ ਹੁੰਦਾ ਵੀ ਚਿੱਤਰ ਬਣਾ ਬਣਾ ਕੇ ਲੋਕਾਂ ਨੂੰ ਦਿੰਨੇ। ਉਸ ਸਮੇਂ ਇਹੋ ਜਿਹੇ ਰੰਗ ਨਹੀਂ ਸੀ ਹੈਗੇ, ਏਡੀਆਂ ਸੋਹਣੀਆਂ ਪੇਂਟਿੰਗਸ ਨਹੀਂ ਸੀ ਹੁੰਦੀਆਂ, ਏਡੇ ਸੋਹਣੇ ਚਿੱਤਰ ਨਹੀਂ ਸੀ ਬਣਦੇ। ਹਾਂ, ਪਰ ਸਾਫ ਸੁਥਰੇ ਚਿੱਤਰ ਬਣਦੇ ਸਨ, ਭਾਵ ਵੀ ਸਧਾਰਨ ਚਿੱਤਰ ਬਣਦੇ ਸਨ। ਉਹ ਬੜੇ ਮਾਹਰ ਸਨ ਚਿੱਤਰ ਬਣਾਉਣ ਵਿੱਚ। ਕਹਿੰਦੇ ਮਹਾਰਾਜ ਅਸੀਂ ਬੜੇ ਸੋਹਣੇ ਸੋਹਣੇ ਚਿੱਤਰ ਬਣਾਉਂਦੇ ਹਾਂ। ਰਾਵਰ ਕੇ ਦਰਸ਼ਨ ਹਿਤ ਆਏ, ਦਿਵਸ ਬਹੁਤ ਕੀ ਚਾਹ ਮਹਾਨ। ਗਰੀਬ ਨਵਾਜ ਬਹੁਤ ਦਿਨਾਂ ਦੀ ਸਾਡੀ ਇੱਛਾ ਸੀ, ਮਹਾਰਾਜ ਅਸੀਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਸਾਂ। ਬਹੁਤ ਦਿਨਾਂ ਦੀ ਇੱਛਾ ਸੀ ਸਾਡੀ, ਸੋ ਆਪ ਜੀ ਦੇ ਦਰਸ਼ਨ ਕਰਨ ਲਈ ਆਏ ਹਾਂ। ਉਚਿਤ ਹਮਾਰੇ ਕ੍ਰਿਤ ਆਪ ਕੀ, ਸੋਪ ਕਰੈ ਹਮ ਇੱਛਾ ਠਾਨ। ਗਰੀਬ ਨਵਾਜ ਸੱਚੇ ਪਾਤਸ਼ਾਹ ਦਰਸ਼ਨ ਹੋ ਗਏ ਆਪ ਜੀ ਦੇ। ਹੁਣ ਸਾਡੀ ਇੱਛਾ ਹੈ ਇੱਕ,
महाराज कहते दसो। महाराज उचित हमारे कृत आप की सोपी करहें हम इच्छा ठान। साडी इच्छा है असी आप जी का चित्र बनाइए। गज के आखो सतनाम श्री वाहिगुरु। महाराज साडी इच्छा है असी आप जी का चित्र बनाना चाहुंदे हां। हाँ जी। सतगुर दई न तब कुछ आइस, विधि चंद ने मन की जान। महाराज ने नहीं कोई वचन कीता भी साडा चित्र बनाओ। कारण क्योंकि महाराज सतगुरु की इच्छा ही नहीं हैगी अपना चित्र बनवाउण दी। महाराज की नहीं इच्छा हैगी, पर बाबा विधि चंद जी चाहुंदे आ। बाबा विधि चंद जी चाहुंदे आ भी चित्र बन जावे महाराज दा, रहिंदे समय तक दुनिया दर्शन करती रहे, वेखदी रहे। हाँ जी। कहत भयो अब पोषछ जैसी, बाजी बाज समेत सुहाए। बाबा विधि चंद जी उन्हां चित्रकारां नूं कहण लगे भी वेख लो, जेहो जे बस्तर महाराज ने पाए है और जैसे घोड़े ते बैठे है और जिवें दा बाज सतगुरु जी दे हथ विच शोभा पा रहा है। शस्त्र सहत एह मूरत सुंदर, मोह कहो लिख दी जै सुख पाए। कहंदे इंज शस्त्र सजाए होण महाराज ने, वेख लो लिख दो मैनू भी चित्र। इहो ही कहंदे सीगे उदों, कहंदे बना दिओ मैनू भी चित्र। भाई वेख लो जे बना सकते हो तो बना दिओ। करो सफल अपनी सब विद्या, हाथ बिलोचन को सफलाए। देखो बाबा विधि चंद जी की किन्नी भावना, जिहड़ी भावना बाबा विधि चंद जी की वो अज दे तरकियां दी नहीं हैगी साध संगत जी। बाबा विधि चंद जी कहंदे तुसीं महाराज दा चित्र बनाओगे ना, तुहाडे नेत्र सफल होणगे, तुहाडे हथ सफल होणगे, तुहाडी विद्या सफल हो जाएगी। अज जिहड़े महाराज दे चित्रां दा खंडन करदे आ ना भी लाओ जी चित्र नहीं होना चाहिए, उन्हां दा फोन वेखो किते ते फोन विच उन्हां दे गैलरी खोलो ते जिन्नियां पुराणियां तो पुराणियां उन्हां दियां फोटोआं सारियां डिलीट कर दिओ। वेख्यो किवें कहंदे भी आही काम क्रोध दे कीड़े आ ते साडियां फोटोआं असीं वड्डियां वड्डियां करा के अपने घरां च लाउने। अपनी फोटो ला लो कहंदे, ते जदों गुरु साहब दी गल आउंदी कहंदे लै ये ते फोटो नूं मनदे आ। सिख फोटो दा पुजारी नहीं है, पर एक गल दसो, असीं इस गल करके खंडन करते हैं भी सिख फोटो दा पुजारी नहीं है, तो तुसीं अपनी फोटो भी घर विच लाई है। तुसीं किहड़ा फोटो दे पुजारी, असीं किहड़ा अपनी फोटो दी पूजा करते हैं। जदों विआह हुंदा काका काकी दी फोटो नहीं लाउंदे, ਐਨ ਦੋਵੇਂ ਜੀ ਖਲੋ ਕੇ ਫੋਟੋ ਖਿਚਾਉਂਦੇ ਆ, ਉਹ ਕੰਧਾਂ ਤੇ ਲਾਉਂਦੇ ਆ। ਦੱਸੋ ਕਿਹੜਾ ਉਹਨੂੰ ਧੂਫ ਬੱਤੀ ਕਰ ਰਹੇ ਹੈ। ਇੱਕ ਯਾਦ ਹੈ ਨਾ ਲਾਈ ਹੈ, ਇੱਕ ਯਾਦ ਹੈ ਉਹਨਾਂ ਨੇ ਲਾਈ ਹੋਈ ਹੈ। ਜੇ ਫੋਟੋ ਦਾ ਖੰਡਨ ਕਰ ਦਈਏ, ਚਿੱਤਰ ਦਾ ਖੰਡਨ ਕਰ ਦਈਏ, ਇੰਨਾ ਵੱਡਾ ਅਜਾਇਬ ਘਰ ਬਣਿਆ, ਇਹ ਤੇ ਢਾਉਣਾ ਪਏਗਾ ਸਾਨੂੰ ਜੀ। ਅਜਾਇਬ ਘਰ 'ਚ ਕੀ ਹੈ? सतगुरां दे चित्र ही हन साध संगत जी। जिन्नी जिन्नी किसी नूं समझ है उन्हें अपनी अपनी समझ के अनुसार साध संगत जी चित्र बनाए हैं। उस वेले नूं दसिया, उस वेले नूं दसिया। हुण दास ने सब तो पहला एक फोटो वेखी सीगी, भाई मंझ जी खूह विच डिगे आ, गुरु अर्जन साहब लागे खलोते आ और सिख जिहड़े है ना साध संगत तो रस्सी लमका रहे हैं। ते मैं दास ने गुरसिखां नूं पुछिया सी भी ये की हो रहा, इस चित्र च की हो रहा। उन्हां ने दसिया, कहंदे इंज इंज भाई मंझ सी खूह विच डिग के महाराज आप उन्हां नूं कड्ढण वास्ते आए। सारी साखी सुणाई जी।
ਹੁਣ ਮਨ ਵਿੱਚ ਆਉਂਦਾ ਵੀ ਚਿੱਤਰ ਹੈਗਾ, ਮੇਰੇ ਮਨ ਵਿੱਚ ਜਿਗਿਆਸਾ ਬਣੀ, ਮੈਂ ਪੁੱਛ ਲਿਆ। ਛੋਟੇ ਛੋਟੇ ਬੱਚੇ ਆ, ਜੇ ਉਹ ਚਿੱਤਰ ਵੇਖਣਗੇ ਤੇ ਸਾਧ ਸੰਗਤ ਜੀ ਉਹਨਾਂ ਦੇ ਮਨ ਵਿੱਚ ਜਿਗਿਆਸਾ ਬਣੇਗੀ, ਉਹ ਪੁੱਛਣਗੇ। ਇਹ ਹੈ ਛੋਟੀ ਸੋਚ ਵੀ ਦੱਸੋ ਜੇ ਕੋਈ ਆਪਣੀ ਭਾਵਨਾ ਨਾਲ ਚਿੱਤਰ ਬਣਾ ਵੀ ਲੈਂਦਾ। ਗੁਰੂ ਗ੍ਰੰਥ ਸਾਹਿਬ ਕਿਤੇ ਛੋਟੇ ਹੋ ਚੱਲੇ ਉਹਦੇ ਨਾਲ, ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਵੱਡੇ ਵੱਡੇ ਆ। ਵੀ ਇੱਕ ਫੋਟੋ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਖਤਰਾ ਹੈ, ਵੀ ਫੋਟੋ ਆ ਗਈ ਹੈ ਸਮਝੋ ਹੁਣ ਗੁਰੂ ਸਾਹਿਬ ਨੂੰ ਖਤਰਾ ਹੋ ਗਿਆ। ਨਹੀਂ, ਗੁਰੂ ਸਾਹਿਬ ਬਹੁਤ ਵੱਡੇ ਆ, ਗੁਰੂ ਸਾਹਿਬ ਨੇ ਗੁਰੂ ਸਾਹਿਬ ਹੀ ਰਹਿਣਾ, ਚਿੱਤਰ ਨੇ ਚਿੱਤਰ ਹੀ ਰਹਿਣਾ। ਹਾਂ, ਚਿੱਤਰ ਇੱਕ ਯਾਦਾਸ਼ ਵਾਸਤੇ ਵਰਤਿਆ ਜਾਂਦਾ ਹੈ। ਸਾਹਿਬਜ਼ਾਦਿਆਂ ਦੇ ਚਿੱਤਰ ਬਣੇ, ਉਹਨਾਂ ਨੂੰ ਨੀਹਾਂ ਵਿੱਚ ਖਿਲਾਰਿਆ ਤੋਂ ਹੱਥ ਉੱਤੇ ਕਰਕੇ ਨਾ ਜਕਾਰੇ ਲਾ ਰਹੇ ਆ। ਬਣਾਉਣ ਵਾਲੇ ਨੇ ਬਣਾਇਆ, ਜੇ ਉਹ ਚਿੱਤਰ ਹੈ, ਬੱਚੇ ਪੁੱਛਦੇ ਆ, ਉਹਨਾਂ ਨੂੰ ਦੱਸੀਦਾ ਵੀ ਵੇਖੋ ਸਾਹਿਬਜ਼ਾਦੇ ਨੀਹਾਂ 'ਚ ਖਲੋ ਕੇ ਵੀ ਜਕਾਰੇ ਲਾ ਰਹੇ ਆ। ਉਹਨਾਂ ਦੇ ਮਨ ਵਿੱਚ ਇੱਕ ਜਿਗਿਆਸਾ ਪੈਦਾ ਹੁੰਦੀ ਹੈ। ਗੁਰਮੁਖੋ, ਹਰ ਚੀਜ਼ ਨੂੰ ਡਾਂਗ ਫੜ ਕੇ ਨਿੰਦਣਾ ਨਹੀਂ ਚਾਹੀਦਾ ਵੀ ਆਹ ਵੀ ਮਾੜਾ, ਆਹ ਵੀ ਮਾੜਾ, ਬਸ ਫਿਰ ਤੇ ਰਹਿਣ ਹੀ ਕੁਛ ਨਾ ਦਈਏ। ਇਹ ਮੈਂ ਤਾਂ ਬੇਨਤੀ ਕਰ ਰਿਹਾ ਕਿਉਂਕਿ ਚਿੱਤਰ ਦੀ ਗੱਲ ਆ ਗਈ ਨਾ, ਚਿੱਤਰ ਦੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਦੋਂ ਅੰਦਰ ਜਾਂਦੇ ਆ ਨਾ, ਤੇ ਗੁਰਮੁਖੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਦਾ ਸੋਨੇ ਦਾ ਚਿੱਤਰ ਬਣਿਆ ਹੋਇਆ ਜੀ, ਸੋਨੇ ਦਾ ਚਿੱਤਰ ਬਣਿਆ। ਚਾਰੇ ਪਾਸੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਸੋਨੇ ਦੇ ਚਿੱਤਰ ਬਣੇ ਆ। ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਦਾ, ਇੱਕ ਪਾਸੇ ਛੇਵੇਂ ਪਾਤਸ਼ਾਹ ਅੱਗੇ ਨਿਸ਼ਾਨ ਚੀ ਜਾ ਰਿਹਾ ਤੇ ਮਹਾਰਾਜ ਸਤਿਗੁਰੂ ਜੀ ਦੇ ਸਿੱਖ ਜਾ ਰਹੇ ਆ। ਆ ਬਾਬਾ ਅਟਲ ਰਾਏ ਸਾਹਿਬ ਚਲੇ ਜਾਓ ਤੁਸੀਂ, ਬਾਬਾ ਅਟਲ ਰਾਏ ਸਾਹਿਬ ਜੀ ਦੀ ਦੂਸਰੀ ਮੰਜ਼ਲ ਤੇ ਚੜੋ। ਜਦੋਂ ਬਾਬਾ ਜੀ ਦੇ ਦੂਸਰੀ ਮੰਜ਼ਲ ਤੇ ਜਾਓਗੇ ਨਾ, ਤੇ ਵੇਖਿਓ ਜਾ ਕੇ, ਇੱਕ ਤਾਂ ਪਹਿਲੀ ਜਿੱਥੇ ਦਰਸ਼ਨ ਕਰਦੇ ਆ ਨਾ, ਇੱਕ ਉਹਦੇ ਤੋਂ ਉੱਪਰ ਵਾਲੀ ਜੀ, ਗੁਰੂ ਨਾਨਕ ਸਾਹਿਬ ਜੀ ਦੇ ਜਨਮ ਤੋਂ ਲੈ ਕੇ ਸੱਚਖੰਡ ਪਿਆਨੇ ਤੱਕ ਜੋ ਜੋ ਮਹਾਰਾਜ ਦੇ ਇਤਿਹਾਸ ਵਿੱਚ ਹੋਇਆ, ਬਹੁਤ ਕੁਝ ਉਹਨਾਂ ਨੇ ਚਿੱਤਰ ਬਣਾ ਕੇ ਲਾਇਆ। ਸਾਧ ਸੰਗਤ ਜੀ, ਪੁਰਾਣੀ ਇੱਕ ਕਲਾ ਕਿਰਤੀ ਸੀਗੀ ਸਾਡੀ, ਪੁਰਾਣੀ ਕਲਾ ਕਿਰਤੀ ਸੀ, ਪੁਰਾਣੇ ਲੋਕ ਇੰਜ ਕਰਦੇ ਸੀ। ਹੁਣ ਨਿੱਕੀ ਨਿੱਕੀ ਗੱਲ ਤੇ ਖੰਡਨ ਨਹੀਂ ਕਰਨਾ ਚਾਹੀਦਾ, ਨਿੱਕੀ ਨਿੱਕੀ ਗੱਲ ਤੇ ਰੌਲਾ ਨਹੀਂ ਪਾਉਣਾ ਚਾਹੀਦਾ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਬਾਬਾ ਬਿਧੀ ਚੰਦ ਜੀ ਕਹਿੰਦੇ, ਚਿੱਤਰਕਾਰਾਂ ਨੂੰ ਕਹਿੰਦੇ, ਤੁਹਾਡੀ ਵਿੱਦਿਆ ਸਫਲ ਹੋ ਜਾਏਗੀ, ਤੁਹਾਡੇ ਨੇਤਰ ਸਫਲ ਹੋਣਗੇ, ਤੁਹਾਡੇ ਹੱਥ ਸਫਲ ਹੋਣਗੇ ਜੇ ਛੇਵੇਂ ਪਾਤਸ਼ਾਹ ਦਾ ਚਿੱਤਰ ਬਣਾਵੋਗੇ। ਨਕਸ਼ ਲਓ ਚਿੱਤਰਤ ਕਰ ਆਛੇ, ਇਹੋ ਉਪਕਾਰ ਕਰੋ ਮਨ ਲਾਏ। ਬਾਬਾ ਜੀ ਉਹਨਾਂ ਨੂੰ ਕਹਿਣ ਲੱਗੇ, ਕਹਿੰਦੇ ਮੇਰੇ ਤੇ ਉਪਕਾਰ ਕਰ ਦਿਓ, ਸਿਰ ਤੋਂ ਲੈ ਕੇ ਚਰਨਾਂ ਤੱਕ ਸਤਿਗੁਰਾਂ ਦਾ ਚਿੱਤਰ ਬਣਾ ਦਿਓ। ਸੁਨਿਓ ਨਕਾਸ਼ ਭਨਿਓ ਜੁਤ ਬਿਨਤੀ, ਸ਼ੇਸ਼ ਗਣੇਸ਼ ਸਾਰਦਾ ਮਾਏ। ਸਾਧ ਸੰਗਤ ਜੀ, ਉਹ ਨਕਾਸ਼ ਸੁਣ ਕੇ ਨਾ ਬਾਬਾ ਬਿਧੀ ਚੰਦ ਜੀ ਦੀ ਗੱਲ ਨੂੰ ਬੇਨਤੀ ਕਰਨ ਲੱਗੇ, ਪਾਰ ਨਾ ਪਾਏ ਸਕੈ ਜਿਨ ਕੇਰਾ, ਸੋ ਮਮ ਪਾਸ ਲਿਖੇ ਕਿਮ ਜਾਏ। ਉਹ ਕਹਿਣ ਲੱਗੇ ਵੀ ਠੀਕ ਹੈ, ਆਪਾਂ ਮਹਾਰਾਜ ਨੂੰ ਬੇਨਤੀ ਕੀਤੀ ਸੀ ਚਿੱਤਰ ਬਣਾਉਣ ਦੀ, ਪਰ ਸਾਡੇ ਵਿੱਚ ਇੰਨੀ ਤਾਕਤ ਨਹੀਂ ਹੈ। ਇੰਨੇ ਵੱਡੇ ਛੇਵੇਂ ਪਾਤਸ਼ਾਹ ਨੇ ਵੀ ਵੱਡੇ ਵੱਡੇ ਨਕਾਸ਼ ਜਿਹੜੇ ਵਾ ਨਾ, ਵਾਹਿਗੁਰੂ ਸ਼ੇਸ਼ਨਾਗ ਜਿਹੜਾ, ਉਹ ਵੀ ਦਿਨ ਰਾਤ ਨਾਮ ਲੈਂਦਾ, ਤੇ ਜਿਸ ਸਤਿਗੁਰੂ ਪਰਮਾਤਮਾ ਦਾ ਅੰਤ ਨਹੀਂ ਪਾ ਸਕਦਾ, ਸਾਡੀ ਇੰਨੀ ਲਿਆਕਤ ਨਹੀਂ ਹੈਗੀ ਵੀ ਆਪਾਂ ਮਹਾਰਾਜ ਦਾ ਸਾਰਾ ਚਿੱਤਰ ਹੂ ਬਹੂ ਉਵੇਂ ਬਣਾ ਦਈਏ। ਔਰ ਮੈਂ ਸੱਚੀ ਗੱਲ ਤੁਹਾਨੂੰ ਦੱਸਾਂ, ਇਹ ਵੀ ਸੱਚ ਹੈ, ਦੁਨੀਆ ਦੇ ਵਿੱਚ ਕੋਈ ਵੀ ਇਹੋ ਜਿਹਾ ਪੇਂਟਰ ਨਹੀਂ ਤੇ ਹੈਗਾ
ਕਿਸੇ ਦੇ ਰੰਗਾਂ ਵਿੱਚ ਇੰਨੀ ਤਾਕਤ ਨਹੀਂ ਚ ਹੈਗੀ। ਗੁਰਮੁਖੋ, ਜਿਹੜਾ ਗੁਰੂ ਸਾਹਿਬ ਦੇ ਚਿਹਰੇ ਦੇ ਨੂਰ ਨੂੰ ਇੱਕ ਕਾਗਜ਼ ਦੇ ਉੱਤੇ ਬਣਾ ਦੇਵੇ ਜੀ, ਇਹ ਵੀ ਸੱਚਾਈ ਤੇ। ਇਸ ਗੱਲ ਨੂੰ ਪੱਕਾ ਕਰਕੇ ਮੰਨਿਓ। ਹਾਂ, ਆਪੋ ਆਪਣੀ ਅਵਸਥਾ, ਆਪੋ ਆਪਣਾ ਪਿਆਰ ਹੈ, ਆਪੋ ਆਪਣੇ ਪਿਆਰ ਦੇ ਹਿਸਾਬ ਨਾਲ ਹਰ ਇੱਕ ਬਣਾਉਂਦੇ। ਪਰ ਅੱਜ ਕੱਲ੍ਹ ਇੱਕ ਬੜਾ ਪੁੱਠਾ ਪਿਆਰ ਤੁਰ ਪਿਆ। ਉਹ ਪੁੱਠਾ ਪਿਆਰ ਪਤਾ ਕੀ ਤੁਰਿਆ? ਨੈਟ ਤੇ ਗੁਰਮੁਖੋ ਇੱਕ ਸੌਫਟਵੇਅਰ ਆਇਆ, ਨੈਟ ਦੇ ਉੱਤੇ ਇੱਕ ਸੌਫਟਵੇਅਰ ਆਇਆ, ਉਹ ਬਸ ਤੋੜ ਮਰੋੜ ਕੇ ਮਹਾਰਾਜ ਦਾ ਚਿਹਰਾ ਬਣ ਜਾਂਦਾ। ਕਿਤੇ ਸਬਜ਼ੀਆਂ ਪਈਆਂ ਨੇ, ਉਹ ਐਂ ਲੱਗਦਾ ਜਿਵੇਂ ਚਿੱਤਰ ਬਣਿਆ। ਤਾਂ ਮੈਂ ਇੱਕ ਫੋਟੋ ਵੇਖ ਕੇ ਹੈਰਾਨ ਹੋਇਆ। ਰੇਲ ਗੱਡੀ ਦਾ ਇੰਜਣ ਹੈ, ਉੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਬਿਠਾਇਆ ਤੇ ਥੱਲੇ ਨੋਟਾਂ ਦਾ ਢੇਰ ਲਾਇਆ ਜੀ। ਇਹ ਵੀ ਮਰਿਆਦਾ ਨਹੀਂ ਹੈਗੀ ਵੀ ਇਹੋ ਜੀ ਫੋਟੋ ਵੀ ਸਤਿਗੁਰੂ ਦੀ ਨਹੀਂ, ਵੀ ਮਹਾਰਾਜ ਸ਼ਹਿਨਸ਼ਾਹ ਸਤਿਗੁਰੂ ਤੇ ਤੁਸੀਂ ਰੇਲ ਗੱਡੀ ਦੇ ਇੰਜਣ ਤੇ ਬਿਠਾਤਾ। ਇਹ ਵੀ ਕੰਮ ਨਹੀਂ ਚਾਹੀਦਾ, ਇਹ ਗੱਲ ਬਹੁਤ ਗਲਤ ਹੈ। ਪਰ ਵੇਖੋ, ਪਿਆਰ ਵਾਲੇ ਸ਼ਰਧਾ ਵਾਲਿਆਂ ਦੀ ਦੁਨੀਆ ਹੋਰ ਹੈ ਨਾ। ਪਿਆਰ ਵਾਲਾ ਸਿੱਖ ਕਹਿਣ ਲੱਗਾ, ਪਰ ਮੈਂ ਕਹਿ ਤਾਂ ਦਿੱਤਾ, ਕਹਿੰਦਾ ਚਿੱਤਰ ਬਣਾਉਣ ਬਾਰੇ, ਪਰ ਬਾਬਾ ਬਿਧੀ ਚੰਦ ਜੀ ਸਾਡੇ ਕੋਲ ਇੰਨੀ ਤਾਕਤ ਨਹੀਂ ਹੈ, ਅਸੀਂ ਛੇਵੇਂ ਪਾਤਸ਼ਾਹ ਦਾ ਚਿਹਰਾ ਮੂਹਰਾ ਹੂਬਹੂ ਉਵੇਂ ਹੀ ਲਿਖ ਦਈਏ, ਉਵੇਂ ਹੀ ਬਣਾ ਦਈਏ। ਨਿਸ਼ਚੈ ਸੁਨੀ ਬਾਤ ਇੱਕ ਐਸੇ, ਗੁਰ ਕੈ ਸਿੱਖ ਗੁਰ ਸਿੱਖ ਸਿੰਧ ਤਰਾਏ। ਪਰ ਕਹਿੰਦੇ ਮੈਂ ਇੱਕ ਗੱਲ ਸੁਣੀ ਹੈ, ਚਿੱਤਰਕਾਰ ਬਾਬਾ ਬਿਧੀ ਚੰਦ ਜੀ ਨੂੰ ਕਹਿੰਦਾ ਮੈਂ ਇੱਕ ਗੱਲ ਸੁਣੀ ਹੈ ਬੜੀ ਦ੍ਰਿੜਤਾ ਦੇ ਨਾਲ, ਵੀ ਗੁਰੂ ਤੇ ਗੁਰੂ ਦੇ ਸਿੱਖ ਬਰਾਬਰ ਹੀ ਨੇ। ਇਹ ਚਾਹਣ ਤੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ ਹਨ। ਕਰਹਿ ਕਿਰਪਾ ਤਉ ਮੈਂ ਲਖ ਸਿੱਖ ਸਕਹੁ, ਅਲਪ ਜੀਵ ਕੇ ਬਨਹਿ ਸਹਾਏ। ਉਹ ਕਹਿੰਦੇ ਬਾਬਾ ਬਿਧੀ ਚੰਦ ਜੀ ਤੁਸੀਂ ਕਿਰਪਾ ਕਰਦੇ ਹੋ ਸਾਡੇ ਤੇ, ਤੁਸੀਂ ਕੋਈ ਆਪਣੀ ਕਮਾਈ ਦਾ ਕਿਣਕਾ ਦੇ ਦਿਓ, ਫੇਰ ਅਸੀਂ ਬਣਾ ਸਕਦੇ ਹਾਂ ਚਿੱਤਰ। ਉਂਝ ਨਹੀਂ ਸਾਡੇ ਕੋਲ ਬਣਾਇਆ ਜਾਣਾ, ਫੇਰ ਅਸੀਂ ਤਸਵੀਰ ਮਹਾਰਾਜ ਦਾ ਚਿੱਤਰ ਬਣਾ ਸਕਦੇ ਹਾਂ। ਕਰੋ ਕਿਰਪਾ ਤਬ ਲਿਖੇ ਪੁੱਤਰ ਮਮ, ਬਿਧੀ ਚੰਦ ਤੇ ਨਿਕਟ ਬੁਲਾਏ। ਫਿਰ ਮੇਰਾ ਪੁੱਤਰ ਤੇ ਮੈਂ ਅਸੀਂ ਰਲ ਕੇ ਚਿੱਤਰ ਬਣਾਵਾਂਗੇ। ਵੇਖੋ, ਫੋਟੋ ਬੰਦਾ ਪੇਂਟਰ ਉਹ ਬਣਾਏਗਾ ਜਿਹੜੀ ਚੀਜ਼ ਉਹਦੇ ਦਿਲ ਵਿੱਚ ਪਹਿਲਾਂ ਵਸੇਗੀ ਜੀ, ਤਾਂ ਹੀ ਬਣਾਏਗਾ। ਮੈਂ ਇੱਕ ਪੇਂਟਰ ਨੂੰ ਪੁੱਛਿਆ ਸੀ, ਆਰਟਿਸਟ ਨੂੰ, ਵੀ ਤੁਸੀਂ ਇੰਨੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਬਣਾਉਂਦੇ, ਕਿਵੇਂ ਬਣਾਉਂਦੇ? ਉਹ ਕਹਿੰਦਾ ਪਹਿਲਾਂ ਇਹ ਨਕਸ਼ਾ ਸਾਡੇ ਅੰਦਰ ਉਤਰਦਾ, ਸਾਰਾ ਸਾਡੇ ਦਿਲ ਵਿੱਚ ਉਤਰਦਾ, ਫਿਰ ਅਸੀਂ ਆਪਣੇ ਦਿਲ ਵਿੱਚ ਜੋ ਸਾਡੇ ਨਕਸ਼ਾ ਬਣਿਆ ਉਹ ਅਸੀਂ ਕਾਗਜ਼ ਉੱਤੇ ਬਣਾਉਂਦੇ ਹਾਂ। ਤੇ ਨਕਾਸ਼ ਕਹਿੰਦਾ ਬਾਬਾ ਬਿਧੀ ਚੰਦ ਜੀ ਕਿਰਪਾ ਕਰੋ, ਪਹਿਲਾਂ ਸਾਡੇ ਦੋਵਾਂ ਦੇ ਹਿਰਦੇ 'ਚ ਛੇਵੇਂ ਪਾਤਸ਼ਾਹ ਵਸਣਗੇ ਤਾਂ ਹੀ ਉਹਨਾਂ ਦੀ ਬਣਾਵਾਂਗੇ। ਛੇਵੇਂ ਪਾਤਸ਼ਾਹ ਸਾਡੇ ਹਿਰਦੇ 'ਚ ਵਸਣ ਪਹਿਲਾਂ। ਹਾਂਜੀ। ਹੇ ਸੁਤ ਲਿਖੋ ਸਹਾਈ, ਗੁਰੂ ਨਿਤ ਪੁਰਹੁ ਕਾਮਨਾ ਮਮ ਹਿਤ ਲਾਏ। ਬਾਬਾ ਬਿਧੀ ਚੰਦ ਜੀ ਨੇ ਉਹਦਾ ਪੁੱਤਰ ਵੀ ਸੱਦਿਆ, ਦੋਵਾਂ ਪਿਓ ਪੁੱਤਾਂ ਨੂੰ ਸੱਦ ਕੇ ਕਹਿਣ ਲੱਗੇ, ਪੁੱਤ ਬਣਾਓ ਮਹਾਰਾਜ ਸਤਿਗੁਰੂ ਦਾ ਸਰੂਪ, ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਨਗੇ, ਵਧੀਆ ਬਣੇਗਾ। ਕਹਿੰਦੇ ਤੁਹਾਡੀ ਭਾਵਨਾ ਪੂਰੀ ਹੋ ਜਾਏਗੀ। ਮਾਨ ਬਚਨ ਦੋਨੋਂ ਤਹਿ ਬੈਠੇ, ਲਿਖਣ ਲੱਗੇ ਮਨ ਪ੍ਰੇਮ ਉਪਾਏ। ਦੋਵਾਂ ਨੇ ਪਿਓ ਪੁੱਤਾਂ ਨੇ ਚੰਗੀ ਤਰ੍ਹਾਂ ਮਹਾਰਾਜ ਦੇ ਦਰਸ਼ਨ ਕੀਤੇ ਤੇ ਦਰਸ਼ਨ ਹਿਰਦੇ 'ਚ ਵਸ ਗਏ ਜੀ। ਦਰਸ਼ਨ ਹਿਰਦੇ 'ਚ ਵਸੇ, ਸਾਡੇ ਵੀ ਵਸ ਸਕਦੇ। ਮੈਨੂੰ ਇੱਕ ਗੁਰਸਿੱਖ ਨੇ ਕਿਹਾ ਸੀ, ਕਹਿੰਦੇ ਮੈਂ ਬਿਨ ਨਾਗਾ ਹਜੂਰ ਸਾਹਿਬ ਜਾਣਾ, ਬਿਨ ਨਾਗਾ ਖਡੂਰ ਸਾਹਿਬ ਜਾਣਾ, ਬਿਨ ਨਾਗਾ ਗੋਇੰਦਵਾਲ ਸਾਹਿਬ ਜਾਣਾ, ਬਿਨ ਨਾਗਾ ਹੀ ਤਰਨ ਤਾਰਨ ਸਾਹਿਬ ਜਾਣਾ, ਬਿਨ ਨਾਗਾ ਹੀ ਹਰਿਮੰਦਰ ਸਾਹਿਬ ਆਉਣਾ, ਬਿਨ ਨਾਗਾ ਹੀ ਪਟਨਾ ਸਾਹਿਬ ਜਾਣਾ। ਮੈਂ ਤਾਂ ਇੰਨਾ, ਤੁਹਾਡਾ ਭਲਾ ਹੋ ਜਾਏ, ਇੰਨਾ ਕੁਛ ਬਿਨ ਨਾਗਾ ਹੀ ਜਾਂਦੇ ਹੋ? ਕਹਿੰਦਾ ਹਾਂ ਬਿਨ ਨਾਗਾ ਹੀ ਜਾਣਾ। ਮੈਂ ਕਿਹਾ ਜੀ ਕਿਵੇਂ? ਕਹਿੰਦਾ ਜਦੋਂ ਅੰਮ੍ਰਿਤ ਵੇਲੇ ਜਾਈਦਾ ਨਾ, ਵਾਹਿਗੁਰੂ ਅੰਮ੍ਰਿਤ ਵੇਲੇ ਉੱਠੀਦਾ, ਇਸ਼ਨਾਨ ਕਰੀਦਾ, ਤੇ ਮੈਂ ਸਾਰੇ ਸਥਾਨਾਂ ਤੇ ਦਰਸ਼ਨ ਕਰਕੇ ਆਇਆ। ਪਹਿਲਾਂ
ਉਹ ਅਸਥਾਨਾਂ ਦੇ ਦਰਸ਼ਨ ਮੇਰੇ ਹਿਰਦੇ 'ਚ ਵਸੇ ਆ ਤੇ ਮੈਂ ਕੱਲੇ ਕੱਲੇ ਅਸਥਾਨ ਤੇ ਆਪਣੀ ਸੁਰਤ ਨੂੰ ਖੜ ਕੇ ਨਮਸਕਾਰ ਕਰਦਾ, ਬਿਨ ਨਾਗਾ ਸਾਰੇ ਗੁਰਧਾਮਾਂ ਦੀ ਮੈਂ ਯਾਤਰਾ ਕਰਦਾ। ਕਹਿੰਦੇ ਮੈਂ ਕਿਹਾ ਧੰਨ ਹੋ ਤੁਸੀਂ ਭਾਈ। ਇਹ ਅੰਦਰ ਦਰਸ਼ਨ ਵਸਦੇ ਗੁਰਮੁਖੋ, ਉਹਨਾਂ ਦੇ ਅੰਦਰ ਮਹਾਰਾਜ ਦਾ ਸਰੂਪ ਵਸਿਆ ਜੀ। ਫਿਰ ਉਹ ਗੁਰਮੁਖੋ ਬਣਾਉਣ ਲੱਗੇ। ਨਕ ਸਿਖ ਲਓ ਮੂਰਤ ਗੁਰ ਹੈ ਕੀ, ਸ਼ਸਤਰ ਬਸਤਰ ਜੁਤ ਜਥਾ ਸੁਹਾਏ। ਛੇਵੇਂ ਪਾਤਸ਼ਾਹ ਘੋੜੇ ਤੇ ਬੈਠੇ ਆ, ਸਿਰ ਤੋਂ ਲੈ ਕੇ ਚਰਨਾਂ ਤੱਕ ਮਹਾਰਾਜ ਸਤਿਗੁਰੂ ਜੀ ਦਾ ਸਰੂਪ ਬਣਾਉਂਦੇ ਆ। ਗਲ ਵਿੱਚ ਤੇਗ ਪਾਈ ਹੈ, ਹੱਥ ਵਿੱਚ ਸਤਿਗੁਰਾਂ ਨੇ ਬਾਜ ਪਕੜਿਆ ਹੈ। ਸ਼੍ਰੀ ਸਤਿਗੁਰੂ ਅਖੇਰ ਗਏ ਬਨ, ਜੀਵ ਅਨਕ ਕੋ ਮੁਕਤੀ ਦੀਨ। ਗੁਰਮੁਖੋ ਆਪਣਾ ਕਾਰਜ ਕਰਨ ਲੱਗ ਪਏ। ਮਹਾਰਾਜ ਸ਼ਿਕਾਰ ਖੇਡਣ ਚਲੇ ਗਏ। ਛੇਵੇਂ ਪਾਤਸ਼ਾਹ ਸਤਿਗੁਰੂ ਸ਼ਿਕਾਰ ਗਏ, ਉੱਥੇ ਬਨ ਦੇ ਜੰਗਲ ਦੇ ਜੀਵਾਂ ਨੂੰ ਮੁਕਤੀ ਦੇਣ ਲੱਗੇ। ਤੁਰੰਗ ਪਲਾਏ ਫੰਦਾਏ ਚਲਾਏ, ਸੋ ਹਿਰਦੈ ਆਨੰਦਤ ਅਦਕ ਪ੍ਰਬੀਨ। ਘੋੜਾ ਭਜਾਉਂਦੇ ਐ, ਫਿਰ ਕਿਤੇ ਰੋਕਦੇ ਆ, ਕਿਤੇ ਨਚਾਉਂਦੇ ਆ, ਸਿੱਖਾਂ ਨੂੰ ਆਨੰਦ ਦਿੰਦੇ। ਛੇਵੇਂ ਪਾਤਸ਼ਾਹ ਉੱਥੇ ਵਿਚਰ ਰਹੇ ਹਨ। ਦਿਨ ਲਗ ਰਹਿਓ ਜਾਨ ਹਟ ਆਏ, ਸੰਗ ਬਾਹਨੀ ਸਗਰੀ ਲੀਨ। ਥੋੜਾ ਦਿਨ ਰਹਿ ਗਿਆ ਸੀ, ਮਹਾਰਾਜ ਸਤਿਗੁਰੂ ਜੀ ਵਾਪਸ ਆ ਗਏ। ਜਿਵੇਂ ਹੁਣ ਥੋੜਾ ਦਿਨ ਰਹਿ ਗਿਆ, ਉਸੇ ਬਾਗ ਵਿੱਚ ਮਹਾਰਾਜ ਆ ਗਏ ਜਿੱਥੇ ਉਹ ਪਿਓ ਪੁੱਤ ਚਿੱਤਰ ਬਣਾ ਰਹੇ ਸਨ ਮਹਾਰਾਜ ਦੇ। ਔਰ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਫੌਜਾਂ ਵੀ ਸਾਰੀਆਂ ਮਗਰ ਮਗਰ ਆ ਗਈਆਂ। ਸਿੱਖ ਜਲੰਧਰ ਤੇ ਇੱਕ ਆਇਓ, ਹਾਥ ਜੋੜ ਤਿੰਨ ਬਿਨਤੀ ਕੀਨ। ਜਲੰਧਰ ਤੋਂ ਇੱਕ ਸਿੱਖ ਆਇਆ ਭੱਜਾ ਭੱਜਾ ਮਹਾਰਾਜ ਦੇ ਚਰਨਾਂ 'ਚ, ਹੱਥ ਜੋੜ ਕੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕਰਨ ਲੱਗਾ। ਸ਼੍ਰੀ ਪ੍ਰਭ ਮਹਾਰਾਜ ਗੁਰ ਸੁਣੀਐ, ਸੈਨਾ ਆਨ ਭਰੀ ਸਮੁਦਾਏ। ਮਹਾਰਾਜ ਬੇਨਤੀ ਹੈ, ਸੁਣਿਓ ਮੇਰੀ ਬੇਨਤੀ। ਅੰਤਰਜਾਮੀ ਗੁਰੂ ਜੀ ਕਹਿੰਦੇ ਦੱਸ। ਮਹਾਰਾਜ ਨੂੰ ਤੇ ਪਤਾ ਨਾ। ਕਹਿੰਦਾ ਮਹਾਰਾਜ ਸੈਨਾ ਆ ਗਈ ਹੈ, ਆਪ ਜੀ ਇੱਥੇ ਆਨੰਦ ਨਾਲ ਬੈਠੇ ਹੋ, ਜਲੰਧਰ ਵਿੱਚ ਤਾਂ ਫੌਜ ਆ ਕੇ ਬੈਠੀ ਹੈ। ਨਗਰ ਜਲੰਧਰ ਕੇ ਚਾਹੋਂ ਗਿਰਦੇ, ਦਿੜ ਸਮਾਜ ਹਿਤ ਜੰਗ ਬਣਾਏ। ਸਤਿਗੁਰੂ ਜਲੰਧਰ ਦੇ ਆਸੇ ਪਾਸੇ ਫੌਜ ਬੈਠੀ ਹੈ ਤੇ ਪਤਾ ਲੱਗਾ ਵੀ ਆਪਣੇ ਤੇ ਹਮਲਾ ਕਰਨਾ ਉਹਨਾਂ ਨੇ। ਹਾਂਜੀ। ਪੈਂਦੇ ਖਾਨ ਪੀ ਆਹੈ ਇਨੋ ਸੰਗ, ਕੋ ਕਹੈ ਇਹੀ ਦਲ ਲਿਆਏ। ਤੇ ਮਹਾਰਾਜ ਨਾਲ ਉਹਨਾਂ ਦੇ ਪੈਂਦੇ ਖਾਂ ਵੀ ਆ। ਔਰ ਮੈਂ ਤਾਂ ਸੁਣ ਕੇ ਆਇਆ, ਵਿੱਚੋਂ ਕਈ ਇਹ ਵੀ ਗੱਲਾਂ ਕਰਨ ਦੇ ਆ ਵੀ ਪੈਂਦੇ ਖਾਂ ਹੀ ਫੌਜ ਲੈ ਕੇ ਆਇਆ। ਮਹਾਰਾਜ ਨੂੰ ਕਿਹੜੀ ਗੱਲ ਦਾ ਨਹੀਂ ਸੀ ਪਤਾ ਜੀ, ਪਰ ਸਿੱਖ ਨੇ ਫਰਜ਼ ਸਮਝਿਆ ਵੀ ਮੈਂ ਸਤਿਗੁਰਾਂ ਨੂੰ ਸਾਰੀ ਗੱਲ ਦੱਸਾਂ। ਭੇਤ ਨਾ ਦੇਤ ਕਪਟ ਕੇ ਚਾਹਤ, ਸੁਨ ਮੈਂ ਸੁਧ ਹਿਤ ਪਹੁੰਚਿਓ ਧਾਏ। ਮਹਾਰਾਜ ਮੈਂ ਤਾਂ ਸੁਣਦਿਆਂ ਸਾਰੀ ਆਪ ਜੀ ਦੇ ਕੋਲ ਆਇਆ ਵੀ ਪੈਂਦੇ ਖਾਂ ਕੋਈ ਭੇਤ ਹੀ ਨਾ ਦੇ ਦੇਵੇ ਫੌਜਾਂ ਨੂੰ। ਮੈਂ ਤਾਂ ਭੱਜਾ ਹੀ ਆਪ ਜੀ ਕੋਲ ਆਇਆ ਹਾਂ। ਸੁਨ ਕਰ ਸਤਿਗੁਰ ਕਹਿਓ ਧੀਰ ਧਰ, ਚਿੰਤਾ ਕਰੋ ਨਹੀਂ ਚਿਤ ਕੋਏ। ਸਿੱਖ ਨੂੰ ਤਾਂ ਚਿੰਤਾ ਹੁੰਦੀ ਹੈ ਨਾ ਜੀ, ਪਰ ਮਾਲਕ ਤੇ ਮਾਲਕ ਹੀ ਹੈ। ਮਹਾਰਾਜ ਕਹਿੰਦੇ ਹੌਸਲਾ ਰੱਖ, ਧੀਰਜ ਰੱਖ, ਕੁਛ ਨਹੀਂ ਹੁੰਦਾ ਕਹਿਣ ਲੱਗੇ। ਫਿਰ ਦੁਬਾਰਾ ਪੜਿਓ। ਸੁਨ ਕਰ ਸਤਿਗੁਰ ਕਹਿਓ ਧੀਰ ਧਰ, ਚਿੰਤਾ ਕਰੋ ਨਹੀਂ ਚਿਤ ਕੋਏ। ਮਹਾਰਾਜ ਕਹਿੰਦੇ ਧੀਰਜ ਧਾਰ, ਕਿਸੇ ਗੱਲ ਦੀ ਚਿੰਤਾ ਨਾ ਕਰ। ਸੁਨ ਕਰ ਸਤਿਗੁਰ ਕਹਿਓ ਧੀਰ ਧਰ, ਚਿੰਤਾ ਕਰੋ ਨਹੀਂ ਚਿਤ ਕੋਏ। ਹਾਂਜੀ। ਚੜ ਆਵੈ ਜਮ ਸਦਨ ਸਿਧਾਵੈ, ਨਹਿ ਥਿਰਤਾ ਪਾਵੈ ਜਗ ਸੋਏ। ਨਾਲ ਹੀ ਮਹਾਰਾਜ ਕਹਿੰਦੇ ਕੋਈ ਨਹੀਂ, ਜਿਹੜੇ ਚੜ ਕੇ ਆਏ ਆ ਸਾਰੇ ਜਮਾਂ ਦੇ ਘਰ ਭੇਜਾਂਗੇ, ਕਿਸੇ ਨੇ ਨਹੀਂ ਰਹਿਣਾ। ਬੜੇ ਸਹਿਜ ਚ ਬਚਨ ਕੀਤਾ, ਪਰ ਕੀਤਾ ਬੜੇ ਵੀਰ ਰਸ ਵਾਲਾ। ਕਹਿੰਦੇ ਕੋਈ ਗੱਲ ਨਹੀਂ, ਜਿੰਨੇ ਚੜ ਕੇ ਆਏ ਆ ਸਾਰੇ ਹੀ ਜਮਾਂ ਦੇ ਘਰ ਭੇਜ ਦੇਵਾਂਗੇ, ਕੋਈ ਨਹੀਂ ਬਚੇਗਾ। ਸ਼੍ਰੀ ਗੁਰੂ ਨਾਨਕ ਭਲੀ ਕਰੈ ਸਭ, ਬਿਗਨ ਅਨੇਕਨ ਤਤ ਛਿਨ ਖੋਏ। ਵਾਹ ਵਾਹ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਭਲਾ ਕਰਨਗੇ, ਸਾਰੇ ਬਿਗਨ ਦੂਰ ਹੋ ਜਾਣਗੇ। ਪੰਕਤੀ ਸੁਣਦਿਆਂ ਮੈਨੂੰ ਪੁਰਾਣੇ ਗੁਰਸਿੱਖਾਂ ਦੀ ਯਾਦ ਆਈ। ਗੁਰਮੁਖੋ ਪੁਰਾਤਨ ਗੁਰਸਿੱਖ ਜਦੋਂ ਆਸ਼ੀਰਵਾਦ ਦਿੰਦੇ ਸੀ, ਉਹ ਕਹਿੰਦੇ ਹੁੰਦੇ ਸੀ
ਗੁਰੂ ਨਾਨਕ ਤੇਰਾ ਭਲਾ ਕਰੇ। ਇਸ ਗੱਲ ਵਿੱਚ ਬੜਾ ਕੁਝ ਹੈਗਾ ਸੀ। ਜਾਂ ਉਹਨਾਂ ਨੇ ਕੋਈ ਚਿੰਤਾ ਵਾਲੀ ਗੱਲ ਸੁਣਨੀ ਤਾਂ ਵੀ ਕਹਿਣਾ ਕੋਈ ਨਹੀਂ, ਗੁਰੂ ਨਾਨਕ ਸਾਹਿਬ ਭਲਾ ਕਰਨਗੇ, ਮਹਾਰਾਜ ਭਲੀ ਕਰਨਗੇ। ਹੁਣ ਤੇ ਫੋਨ ਤੋਂ ਨਹੀਂ ਰਹਿਤ ਮਿਲਦੀ ਤੇ ਕੀ ਇਹੋ ਜਿਹੀਆਂ ਗੱਲਾਂ ਕਰਨੀਆਂ। ਮਹਾਰਾਜ ਭਲਾ ਕਰਨਗੇ ਭਾਈ। ਛੇਵੇਂ ਪਾਤਸ਼ਾਹ ਨੇ ਬਚਨ ਕੀਤਾ, ਇਮ ਬੋਲਤ ਚਲ ਉਤਰੇ ਆਏ, ਸੋ ਬਾਗ ਬਿਖੈ ਤਰਵਰ ਬਹੁ ਜੋਏ। ਇਹ ਬਚਨ ਕਰਕੇ ਗਰੀਬ ਨਵਾਜ ਸਤਿਗੁਰੂ ਜੀ ਘੋੜੇ ਤੋਂ ਉਤਰ ਗਏ ਤੇ ਬਾਗ ਵਿੱਚ ਸੱਚੇ ਪਾਤਸ਼ਾਹ ਜੀ ਨੇ ਉਤਾਰਾ ਕੀਤਾ। ਭਇਓ ਫਰਸ਼ ਬੈਠੇ ਗੁਰ ਤਿਹ ਛਿਨ, ਸੋ ਨਕਾਸ਼ ਮੂਰਤ ਲਿਖ ਲਿਆਏ। ਵਿਛਾਈ ਕੀਤੀ, ਸਤਿਗੁਰੂ ਜੀ ਉਸ ਵਿਛਾਈ ਤੇ ਬੈਠ ਗਏ ਤੋਂ ਦੋਵੇਂ ਪਿਓ ਪੁੱਤ ਆ ਗਏ ਮਹਾਰਾਜ ਕੋਲ, ਜਿਨ੍ਹਾਂ ਨੇ ਚਿੱਤਰ ਬਣਾਇਆ ਸੀ ਨਾ ਬੜੇ ਪਿਆਰ ਨਾਲ। ਫਿਰ ਬੇਨਤੀ 'ਚ ਬੜਾ ਰੌਲਾ ਪਾਉਂਦੇ, ਹਾਏ ਫੋਟੋ ਦੀ ਗੱਲ ਕਰਤੀ, ਹਾਏ ਫੋਟੋ ਦੀ ਗੱਲ ਕਰਤੀ। ਬੰਦਾ ਪੁੱਛੇ ਦੱਸੋ ਜਿਹੜੇ ਇਹ ਗੱਲ ਕਹਿੰਦੇ ਆ ਉਹਨਾਂ ਦਾ ਘਰ ਚੈੱਕ ਕਰੋ ਵੀ ਉਹਨਾਂ ਦੇ ਘਰ ਉਹਨਾਂ ਦੀਆਂ ਫੋਟੋਆਂ ਨਹੀਂ ਲੱਗੀਆਂ। ਸਾਡੀ ਆਪਣੀ ਲੱਗੀ ਹੈ, ਸਾਨੂੰ ਮਨਜ਼ੂਰ ਹੈ। ਤੇ ਜੇ ਕਿਸੇ ਸਿੱਖ ਨੇ ਸਤਿਗੁਰੂ ਜੀ ਦਾ ਚਿੱਤਰ ਲਾਇਆ ਤੇ ਉਹਦੇ ਤੇ ਤਰਕਾਂ ਕਰਨ ਲੱਗ ਪੈਂਦੇ ਜੀ, ਉਹਦੇ ਤੇ ਤਰਕਾਂ ਕਰਨ ਲੱਗ ਪੈਂਦੇ। ਚੇਤਾ ਰੱਖਿਓ, ਜਿਸ ਘਰ ਵਿੱਚ ਸਤਿਗੁਰੂ ਜੀ ਦਾ ਚਿੱਤਰ ਲੱਗਾ ਹੁੰਦਾ ਹੈ ਨਾ, ਉੱਥੇ ਉਸ ਘਰ ਵਿੱਚ ਜਾਂਦਿਆਂ ਹੀ ਸਤਿਗੁਰੂ ਜੀ ਦੀ ਯਾਦ ਆਉਣ ਲੱਗ ਪੈਂਦੀ ਜੀ। 80% ਸਾਡੇ ਦਿਮਾਗ ਤੇ ਅਸਰ ਜਿਹੜਾ ਉਹ ਅੱਖਾਂ ਕਰਦੀਆਂ ਨੇ। ਜੋ ਵੇਖਦੇ ਆ ਪਹਿਲਾਂ ਉਸ ਗੱਲ ਦਾ ਅਸਰ ਹੁੰਦਾ ਜੇ। ਜਾਂਦਿਆਂ ਹੀ ਮਹਾਰਾਜ ਦੇ ਸਰੂਪ ਦੇ ਦਰਸ਼ਨ ਹੋ ਜਾਂਦੇ ਆ। ਤੇ ਗੁਰਮੁਖੋ ਕਿੰਨੀ ਭਾਵਨਾ ਬਣਦੀ ਹੈ ਗੁਰਸਿੱਖਾਂ ਦੀ। ਸ਼ਹਿਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਨੇ ਸੋਨੇ ਦੇ ਚਿੱਤਰ ਬਣਾਏ ਦਰਬਾਰ ਸਾਹਿਬ, ਅੱਜ ਵੀ ਹੈਗੇ ਸਾਧ ਸੰਗਤ ਦੀ। ਅਜਾਇਬ ਘਰ ਕੀ ਹੈ, ਸਾਰੇ ਚਿੱਤਰ ਹੀ ਨੇ। ਹੁਣ ਇਹਨਾਂ ਦੀ ਗੱਲ ਮੰਨੀਏ ਤੇ ਫਿਰ ਤੇ ਸਭ ਕੁਝ ਟੱਟ ਜਾਵੇ ਵੀ ਅਜਾਇਬ ਘਰ ਵੀ ਢਾਹ ਦਿਓ, ਚਿੱਤਰ ਨਹੀਂ ਚਾਹੀਦਾ। ਨਹੀਂ, ਇਹ ਝੂਠ ਹੈ, ਇਹ ਗਲਤ ਹੈ। ਉਹਨਾਂ ਪਿਓ ਪੁੱਤਰਾਂ ਨੇ ਬੜਾ ਸੋਹਣਾ ਚਿੱਤਰ ਬਣਾਇਆ ਔਰ ਛੇਵੇਂ ਪਾਤਸ਼ਾਹ ਕੋ ਲੈ ਕੇ ਆਏ। ਵਿਧੀ ਚੰਦ ਕੋ ਕੀਨ ਦਿਖਾਵਨ, ਦੇਖਤ ਰਹਿਓ ਹਿਰਦੈ ਹਰਿ ਖਾਏ। ਬਾਬਾ ਵਿਧੀ ਚੰਦ ਜੀ ਨੂੰ ਪਹਿਲਾਂ ਵਿਖਾਇਆ, ਬਾਬਾ ਜੀ ਬੜੇ ਖੁਸ਼ ਹੋਏ, ਕਿਉਂ ਬਾਬਾ ਜੀ ਨੇ ਤੇ ਬਣਵਾਇਆ ਸੀ ਨਾ। ਬਾਬਾ ਵਿਧੀ ਚੰਦ ਜੀ ਬਹੁਤ ਪ੍ਰਸੰਨ ਹੋਏ ਹਨ। ਤਿਨ ਤੇ ਲੈ ਗੁਰ ਅਗਰ ਧਰੀ ਜਬ, ਅਵਲੋਕਤ ਸ਼੍ਰੀ ਮੁਖ ਮੁਸਕਾਏ। ਗਰੀਬ ਨਵਾਜ ਸਤਿਗੁਰੂ ਜੀ ਦੇ ਸਾਹਮਣੇ ਚਿੱਤਰ ਰੱਖਿਆ ਤੇ ਗੁਰਮੁਖੋ ਮਹਾਰਾਜ ਨੇ ਆਪਣਾ ਚਿੱਤਰ ਵੇਖਿਆ ਨਾ ਤੇ ਸਤਿਗੁਰੂ ਬੜੇ ਖੁਸ਼ ਹੋਏ ਜੀ, ਮਹਾਰਾਜ ਪ੍ਰਸੰਨ ਹੋਏ ਜੀ। ਹਾਂਜੀ, ਲਿਖਿਓ ਤੁਰੰਗ ਨਕ ਸਿਖ ਲਓ ਸੁੰਦਰ, ਭਏ ਪ੍ਰਸੰਨ ਸੋ ਬਚਨ ਅਲਾਏ। ਮਹਾਰਾਜ ਸਤਿਗੁਰਾਂ ਨੇ ਵੇਖਿਆ, ਘੋੜਾ ਵੀ ਬਣਾਇਆ, ਬਾਜ ਵੀ ਬਣਾਇਆ, ਵੀ ਸਾਡਾ ਵੀ ਚਿੱਤਰ ਬਣਾਇਆ, ਕਲਗੀ ਵੀ ਲਾਈ ਆ ਸਾਨੂੰ ਚਿੱਤਰ ਵਿੱਚ। ਜੋ ਮਹਾਰਾਜ ਦਾ ਉਦਣ ਦਾ ਰੂਪ ਸੀ ਸਾਰਾ ਕੁਝ ਹੀ ਉਹਨਾਂ ਬਣਾਇਆ। ਤੇ ਸਤਿਗੁਰੂ ਖੁਸ਼ ਹੋ ਕੇ ਉਹਨਾਂ ਚਿੱਤਰ ਬਣਾਉਣ ਵਾਲੇ ਪਿਓ ਪੁੱਤਰਾਂ ਨੂੰ ਕਹਿਣ ਲੱਗੇ, ਆਛੀ ਕਰੀ ਹਰੀ ਭਵ ਪੀਰਾ, ਕਿਉਂ ਨਾ ਲਿਖੋ ਪਿਖ ਹੋ ਬੁੱਧਵਾਨ। ਮਹਾਰਾਜ ਕਹਿੰਦੇ ਵਾਹ ਵਾਹ ਵਾਹ, ਐਡੇ ਸਿਆਣੇ, ਐਨੇ ਬੁੱਧੀ ਵਾਲੇ ਵੀ ਅਸੀਂ ਤੇ ਤੁਹਾਡੇ ਸਾਹਮਣੇ ਵੀ ਨਹੀਂ ਸੀ ਬੈਠੇ। ਤੁਸੀਂ ਇੱਕ ਵਾਰ ਸਾਨੂੰ ਦੇਖਿਆ ਤੇ ਸਾਨੂੰ ਦੇਖ ਕੇ ਤੁਸੀਂ ਚਿੱਤਰ ਬਣਾ ਦਿੱਤਾ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਚੰਗਾ ਕੀਤਾ, ਬਹੁਤ ਚੰਗਾ ਕੀਤਾ। ਤੇ ਸਤਿਗੁਰਾਂ ਨੇ ਭਜਨ ਪਤਾ ਕੀ ਕੀਤਾ, ਆਛੀ ਕਰੇ ਹਰੇ ਭਵ ਪੀਰਾ। ਇਹ ਵਰ ਦਿੱਤਾ ਮਹਾਰਾਜ ਨੇ ਉਹਨਾਂ ਦੋਵਾਂ ਪਿਓ ਪੁੱਤਾਂ ਨੂੰ, ਪਿਆਰ ਵਾਲਿਆਂ ਨੂੰ। ਮਹਾਰਾਜ ਕਹਿਣ ਲੱਗੇ, ਇਸ ਸੰਸਾਰ ਵਿੱਚ ਜਨਮ ਦੀ ਤੇ ਮਰਨ ਦੀ ਬੜੀ ਬੜੀ ਪੀੜ ਹੈ। ਜਨਮ ਦੀ ਪੀੜ ਕਿੰਨੀ ਹੈ ਭਲਾ? ਜਨਮ ਦੀ ਪੀੜ ਦੱਸਦੇ ਵੀ 1000 ਬਿੱਛੂ ਡੰਗ ਮਾਰੇ ਜਿੰਨੀ ਪੀੜ ਹੁੰਦੀ ਹੈ ਓਨੀ ਜਨਮ ਸਮੇਂ ਦਰਦ ਹੁੰਦੀ ਹੈ। ਮੌਤ ਦੀ ਪੀੜਾ ਕੀ ਹੈ? ਇੱਕ ਕੰਡੇ ਵਾਲਾ ਛਾਪਾ ਜਿਹੜੀ ਖੇਤ ਦੇ ਆਲੇ ਦੁਆਲੇ ਵਾੜ ਕਰਦੇ ਸਨ,
ਹੁਣ ਵੀ ਕਰਦੇ ਆ। ਉਹ ਕੰਡਿਆਲੀ ਤਾਰ, ਕੰਡਿਆਲਾ ਛਾਪਾ ਮੁੱਖ 'ਚ ਪਾ ਦਈਏ ਤੇ ਗੁਦਾ ਸਥਾਨ, ਗੁਦਾ ਸਥਾਨ ਕਹਿੰਦੇ ਜਿੱਥੋਂ ਮਲ ਤਿਆਗ ਕਰੀਦਾ, ਮੁੱਖ 'ਚ ਪਾ ਕੇ ਪਾਈ ਜਾਓ ਤੇ ਗੁਦਾ ਸਥਾਨ ਰਾਹੀਂ ਖਿੱਚ ਕੇ ਬਾਹਰ ਕੱਢ ਦਿਓ। ਇੰਨੀ ਪੀੜ ਮਰਨ ਲੱਗਿਆ ਹੁੰਦੀ ਗੁਰਮੁਖੋ, ਇੰਨੀ ਦਰਦ ਹੁੰਦੀ ਆ। ਤਾਈਓ ਤੇ ਮਹਾਰਾਜ ਸਤਿਗੁਰੂ ਬਾਣੀ 'ਚ ਲਿਖਦੇ, ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦਵਾਰ। ਹੇ ਵਾਹਿਗੁਰੂ, ਜਨਮ ਮਰਨ ਤੋਂ ਬਚਾ। ਇੱਕ ਤੇ ਜਨਮ ਦੀ ਪੀੜ, ਇੱਕ ਮਰਨ ਦੀ ਪੀੜ, ਇੱਕ ਜ਼ਿੰਦਗੀ ਦੀ ਪੀੜ। ਜਨਮ ਤੋਂ ਲੈ ਕੇ ਮਰਨ ਤੱਕ ਦਾ ਵਿਚਲਾ ਟਾਈਮ ਜ਼ਿੰਦਗੀ ਹੈ। ਮਹਾਰਾਜ ਕਹਿਣ ਲੱਗੇ, ਜਨਮ ਮਰਨ ਜ਼ਿੰਦਗੀ ਦੁੱਖ ਜਿੰਨੀਆਂ ਤਕਲੀਫਾਂ ਨੇ ਤੁਹਾਡੀਆਂ ਸਾਰੀਆਂ ਹੀ ਦੂਰ ਕਰ ਦਿੱਤੀਆਂ। ਕਹਿਣ ਲੱਗੇ ਤੇ ਕਿਵੇਂ ਕਹੋਗੇ ਵੀ ਚਿੱਤਰ ਵਾਲੀ ਭਾਵਨਾ ਮਾੜੀ ਹੋ ਸਕਦੀ? ਮਹਾਰਾਜ ਨੇ ਤਾਂ ਉਹਨਾਂ ਦਾ ਕਿੰਨਾ ਭਲਾ ਕਰ ਦਿੱਤਾ ਜੀ। ਹਾਂਜੀ। ਪਿਤਾ ਪੁੱਤਰ ਸੁਨ ਮੋਦ ਉਪੰਨ, ਜਨਮ ਮਰਨ ਕੇ ਦੁਖ ਭਾਹਾਨ। ਉਹ ਪਿਓ ਪੁੱਤ ਬਹੁਤ ਹੀ ਖੁਸ਼ ਹੋਏ ਜੀ, ਵੀ ਕਮਾਲ ਹੋ ਗਈ, ਵੀ ਸਾਨੂੰ ਪਤਾ ਹੀ ਨਹੀਂ ਮਹਾਰਾਜ ਨੇ ਐਡੀ ਬਖਸ਼ਿਸ਼ ਕਰ ਦੇਣੀ ਹੈ, ਵੀ ਮਹਾਰਾਜ ਨੇ ਸਾਡਾ ਜਨਮ ਮਰਨ ਦਾ ਦੁੱਖ ਹੀ ਦੂਰ ਕਰ ਦਿੱਤਾ। ਬਾਰ ਬਾਰ ਬੰਦਤ ਪਗ ਪੰਕਜ, ਭਏ ਨਿਹਾਲ ਪ੍ਰੇਮ ਕੋ ਠਾਨ। ਤੇ ਇੰਨਾ ਪ੍ਰੇਮ ਨੇ ਅੰਦਰ ਗੇੜਾ ਮਾਰਿਆ, ਐਸਾ ਗੇੜਾ ਮਾਰਿਆ, ਛੇਵੇਂ ਪਾਤਸ਼ਾਹ ਨੂੰ ਬਾਰ-ਬਾਰ ਮੱਥਾ ਟੇਕਦੇ ਆ, ਬਾਰ-ਬਾਰ ਮੱਥਾ ਟੇਕਦੇ। ਇੱਕ ਵਾਰੀ ਟੇਕਦੇ ਆ, ਫੇਰ ਉੱਠ ਜਾਂਦੇ, ਫੇਰ ਜੀ ਕਰਦਾ, ਫੇਰ ਮੱਥਾ ਟੇਕਦੇ ਆ, ਫੇਰ ਉੱਠਦੇ ਆ, ਫੇਰ ਜੀ ਕਰਦਾ, ਫੇਰ ਮੱਥਾ ਟੇਕਦੇ ਆ, ਫੇਰ ਉੱਠ ਜਾਂਦੇ ਆ। ਬਾਰ-ਬਾਰ ਪਿਓ ਪੁੱਤ ਮੱਥੇ ਹੀ ਟੇਕੀ ਜਾਂਦੇ ਆ, ਨਮਸਕਾਰ ਹੀ ਕਰੀ ਜਾਂਦੇ। ਵੇਖੋ ਕਿੱਡੀ ਕਿਰਪਾ ਹੋਈ ਸਾਧ ਸੰਗਤ ਦੀ, ਉਹਨਾਂ ਦੇ ਦੁੱਖ ਜੂ ਦੂਰ ਹੋ ਗਏ ਜੀ। ਕਦੀ ਇਹੋ ਜਿਹਾ ਪਿਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਾਡਾ ਬਣੇ। ਇੱਕ ਵਾਰੀ ਆਉਨੇ ਮੱਥਾ ਟੇਕਦੇ, ਫਾਰਮੈਲਿਟੀ ਜੀ ਹੁੰਦੀ ਹੈ, ਮੁੜ ਫਿਰ ਜਾਂਦੇ ਮੱਥਾ ਟੇਕਦੇ, ਫਾਰਮੈਲਿਟੀ ਜੀ ਕਰ ਲੈਂਦੇ, ਬਾਰ-ਬਾਰ ਨਮਸਕਾਰ। ਤੇ ਬਾਣੀ ਵਿੱਚ ਆਉਂਦਾ, ਨਮਸਕਾਰ ਤਾਂ ਕੋ ਲੱਖ ਬਾਰ, ਇਹੋ ਮਨ ਦੀਜੈ ਤੈਂ ਕੋ ਵਾਰ। ਇੱਕ ਵਾਰੀ ਨਹੀਂ, ਲੱਖਾਂ ਵਾਰੀ ਨਮਸਕਾਰ ਕਰਨ ਦੀ ਗੱਲ ਹੈ। ਆ ਜਿਹੜੇ ਕਰਾਉਂਦੇ ਆ ਨਾ ਦਲਾਈ ਨਾਮਾ, ਉਹਨਾਂ ਵਿੱਚ ਕੋਰਸ ਕਰਾਉਂਦੇ, ਜਦੋਂ ਕਿਸੇ ਨੂੰ ਆਪਣੇ ਧਰਮ ਤੇ ਤੋੜਦੇ, ਸਾਧਨਾ ਸਿਖਾਉਂਦੇ, ਉਹਦੇ ਵਿੱਚ ਦੱਸਦੇ ਆ ਵੀ ਇੱਕ ਦਿਨ ਵਿੱਚ 5000 ਵਾਰ ਆਪਣੇ ਗੁਰੂ ਨੂੰ ਸੁਰਤ ਕਰਕੇ ਮੱਥਾ ਟੇਕਣਾ। ਦਲਾਈ ਨਾਮੇ ਜਿਹੜੇ, ਮੈਂ ਸੋਚਿਆ ਵੀ ਬੜੀ ਵੱਡੀ ਗੱਲ ਹੈ, ਪਰ ਗੁਰਬਾਣੀ ਜਦੋਂ ਪੜ੍ਹੀ ਤੇ ਆਖਿਆ ਵੀ ਇਹ ਤਾਂ ਛੋਟੀ ਗੱਲ ਹੈ ਦਲਾਈ ਨਾਮੇ ਵਾਲੀ। ਕਿਉਂ? ਸਾਡੇ ਸਤਿਗੁਰੂ ਕਹਿੰਦੇ ਆ, ਸਿੱਖਾ ਲੱਖ ਵਾਰ ਨਮਸਕਾਰ ਕਰਿਆ ਕਰ, ਲੱਖ ਵਾਰ ਮੱਥਾ ਟੇਕਿਆ ਕਰ। ਹੁਣ ਤਰਕੀ ਹੈ ਨਾ, ਮੇਰੇ ਵਰਗਾ ਕਹੇਗਾ ਤਾਂ ਸਾਰੀ ਦਿਹਾੜੀ ਮੱਥਾ ਟੇਕਦੇ ਆ ਲੰਘ ਜੇਗੀ। ਨਹੀਂ, ਇਹਦਾ ਮਤਲਬ ਆ ਝੁਕਿਆ ਹੀ ਰਿਹਾ ਕਰ, ਅੱਠੇ ਪੈਰ। ਸੋ ਮਹਾਰਾਜ ਗਰੀਬ ਨਵਾਜ ਜੀ ਨੂੰ ਬਾਰ-ਬਾਰ ਮੱਥਾ ਟੇਕਦੇ ਹਨ। ਸ਼੍ਰੀ ਸਤਿਗੁਰ ਅਵਲੋਕਨ ਕਰ ਕੈ, ਵਿਧੀ ਚੰਦ ਕੇ ਦੀਨ ਸਪਾਨ। ਮਹਾਰਾਜ ਸਤਿਗੁਰਾਂ ਨੇ ਉਹ ਸਰੂਪ ਵੇਖ ਕੇ, ਉਹ ਸਰੂਪ ਬਾਬਾ ਵਿਧੀ ਚੰਦ ਜੀ ਨੂੰ ਦੇ ਦਿੱਤਾ। ਲੇ ਗੁਰ ਬਖਸ਼ਿਸ਼ ਨਿਜ ਸਿਰ ਪਰ ਧਰ, ਅਦਬ ਸਾਥ ਟਿਗ ਰਾਖਨ ਕੀਨ। ਕਿਆ ਬਾਤ ਹੈ ਬਾਬਾ ਵਿਧੀ ਚੰਦ ਜੀ ਦੀ। ਬਾਬਾ ਵਿਧੀ ਚੰਦ ਜੀ ਨੇ ਉਹ ਸਰੂਪ ਬੜੇ ਅਦਬ ਬਣਾ ਲਿਆ, ਤੇ ਪਤਾ ਕਿੱਥੇ ਰੱਖਿਆ ਜੀ? ਗੁਰਮੁਖੋ ਆਪਣੇ ਸਿਰ ਉੱਤੇ ਰੱਖਿਆ ਜੀ। ਗੁਰਮੁਖੋ, ਜਿਹਨੂੰ ਗੁਰੂ ਸਾਹਿਬ ਦੇ ਸਰੂਪ ਦਾ ਸਤਿਕਾਰ ਕਰਨ ਦੀ ਜਾਚ ਨਹੀਂ, ਉਹ ਗੁਰੂ ਸਾਹਿਬ ਦਾ ਕੀ ਸਤਿਕਾਰ ਕਰੇਗਾ? ਘਰਾਂ ਵਿੱਚ ਮਹਾਰਾਜ ਦੇ ਸਰੂਪ ਪਏ ਹੁੰਦੇ ਨਾ, ਘੱਟਾ ਮਿੱਟੀ ਜੰਮੀ ਹੁੰਦੀ, ਮਿੱਟੀ। ਅੱਜ ਦੀ ਕਥਾ ਸੁਣ ਕੇ ਤੇ ਝਾੜ ਪੂੰਝ ਕਰਿਓ, ਸਾਫ਼ ਕਰਿਓ ਜਾ ਕੇ। ਬਾਬਾ ਜੀ ਨੇ ਬੜੇ ਪਿਆਰ ਨਾਲ ਸੀਸ ਤੇ ਰੱਖਿਆ। ਫਿਰ ਜਿੱਥੇ ਬਾਬਾ ਜੀ ਦਾ ਪੜਾਅ ਸੀ ਨਾ, ਬਾਬਾ ਵਿਧੀ ਚੰਦ ਜੀ ਦਾ ਆਸਣ ਸੀ, ਬੜੇ ਅਦਬ ਦੇ ਨਾਲ ਉਹ ਸਰੂਪ
ਵੀ ਮੇਰੇ ਮਾਲਕ ਦਾ ਸਰੂਪ ਹੈ, ਮੇਰੇ ਸਤਿਗੁਰੂ ਜੀ ਦਾ ਹੈ, ਉਹਨੂੰ ਸਾਂਭ ਸਾਂਭ ਕੇ ਰੱਖਦੇ ਹਨ। ਅਬ ਲਓ ਤਿਸ ਕੀ ਕੁਲ ਜੋ ਉਪਜੈ, ਤਿਨ ਕੇ ਢਿਗ ਸੁੰਦਰ ਸੋ ਚੀਨ। ਭਾਈ ਸੰਤੋਖ ਸਿੰਘ ਜੀ ਤੁਰੇ ਫਿਰੇ ਹੈ ਜੀ, ਸਾਰਾ ਸਭ ਵੇਖਿਆ ਉਹਨਾਂ ਨੇ, ਤੁਰ ਕੇ ਦਰਸ਼ਨ ਕੀਤੇ ਹੈ। ਭਾਈ ਸਾਹਿਬ ਕਹਿੰਦੇ ਸੰਗਤ ਜੀ ਮੈਂ ਦਰਸ਼ਨ ਕੀਤੇ ਆ। ਭਾਈ ਸੰਤੋਖ ਸਿੰਘ ਕਹਿੰਦੇ ਹੁਣ ਤੱਕ ਜਿਹੜੀ ਵੀ ਬਾਬਾ ਬਿਧੀ ਚੰਦ ਜੀ ਦੀ ਕੁੱਲ ਚੱਲਦੀ ਹੈ, ਵਾਹਿਗੁਰੂ ਬਾਬਾ ਬਿਧੀ ਚੰਦ ਜੀ ਦੀ ਜਿਹੜੀ ਕੁੱਲ ਚੱਲਦੀ ਹੈ, ਉਸ ਕੁੱਲ ਵਿੱਚ ਜਿਹੜਾ ਮੁਖੀ ਹੁੰਦਾ ਹੈ ਉਹਦੇ ਕੋਲ ਉਹ ਸਰੂਪ ਬੜੇ ਸਤਿਕਾਰ ਨਾਲ ਸੁਭਾਏਮਾਨ ਪਿਆ ਹੁੰਦਾ ਹੈ। ਦਾਸ ਨੇ ਵੀ ਦਰਸ਼ਨ ਕੀਤੇ ਐ ਸਾਧ ਸੰਗਤ ਜੀ। ਹੁਣ ਵੀ ਸੁਰ ਸਿੰਘ ਬਾਬਾ ਅਵਤਾਰ ਸਿੰਘ ਜੀ ਗੁਰਮੁਖਾਂ ਮਹਾਂਪੁਰਖਾਂ ਦੇ ਕੋਲ ਸਾਧ ਸੰਗਤ ਜੀ ਉਹ ਸਰੂਪ ਹੈ। ਉਦੋਂ ਰੰਗ ਵਾਲੀ ਪੇਂਟਿੰਗ ਨਹੀਂ ਸੀ ਨਾ ਚੱਲਦੀ, ਨਹੀਂ ਤਾਂ ਉਹਨਾਂ ਰੰਗ ਭਰਨੇ ਸੀ, ਬਲੈਕ ਐਂਡ ਵਾਈਟ ਹੈ। ਛੇਵੇਂ ਪਾਤਸ਼ਾਹ ਦਾ ਦਾੜਾ ਬਹੁਤਾ ਲੰਮਾ ਨਹੀਂ ਵਿਖਾਇਆ, ਉਹਦੇ ਵਿੱਚ ਥੋੜਾ ਛੋਟਾ ਵਿਖਾਇਆ, ਪਰ ਡੀਲ ਡੋਲ ਚੰਗਾ ਵਿਖਾਇਆ। ਘੋੜਾ ਬੜਾ ਬਲੀ ਵਿਖਾਇਆ। ਮਹਾਰਾਜ ਘੋੜੇ ਤੇ ਬੈਠੇ ਆ ਤੇ ਸਤਿਗੁਰਾਂ ਹੱਥ 'ਚ ਬਾਜ ਹੈ। ਉਹ ਉਵੇਂ ਜਿਹੜੀ ਮਹਾਰਾਜ ਨੇ ਬਾਬਾ ਬਿਧੀ ਚੰਦ ਜੀ ਨੂੰ ਦਿੱਤੀ ਉਹ ਉਵੇਂ ਸਾਂਭ ਕੇ ਰੱਖੀ ਹੋਈ ਉਹਨਾਂ ਨੇ। ਹਾਂਜੀ। ਦਰਸ਼ਨ ਕਰ ਮਨ ਬਾਂਛਤ ਪਾਵੈ, ਆਕ੍ਰਿਤ ਜਾਨੀ ਜਾਏ ਪ੍ਰਬੀਨ। ਕਹਿਣ ਲੱਗੇ ਉਹ ਬੜੀ ਸਿਆਣੀ, ਵਾਹਿਗੁਰੂ ਬੜੀ ਪਿਆਰੀ, ਬਹੁਤ ਪਿਆਰੀ ਉਹ ਸਤਿਗੁਰੂ ਜੀ ਦੀ ਤਸਵੀਰ ਹੈ। ਗੁਰਸਿੱਖ ਬੜੇ ਪਿਆਰ ਨਾਲ ਉਹਦੇ ਦਰਸ਼ਨ ਕਰਦੇ ਹਨ। ਦੈਬੇ ਲੱਗਿਓ ਚਤੇਰਨ ਕੋ ਧਨ, ਭਏ ਦੀਨ ਮਨ ਤਿਨੋ ਨ ਲੀਨ। ਬਾਬਾ ਬਿਧੀ ਚੰਦ ਵੀ ਮਾਇਆ ਦੇਣ ਲੱਗੇ, ਮਹਾਰਾਜ ਵੀ ਮਾਇਆ ਦੇਣ ਲੱਗੇ ਉਹਨਾਂ ਚਤੇਰਿਆਂ ਨੂੰ, ਚਿੱਤਰਕਾਰਾਂ ਨੂੰ, ਕਿਉਂ ਉਹਨਾਂ ਦਾ ਤੇ ਕੰਮਕਾਰ ਸੀ ਨਾ। ਪਰ ਜਿਨ੍ਹਾਂ ਦੇ ਜਨਮ ਮਰਨ ਦੇ ਦੁੱਖ ਕੱਟੇ ਉਹਨਾਂ ਪੈਸੇ ਲੈ ਕੇ ਕੀ ਕਰਨਾ। ਸਵੇਰ ਦੀ ਕਥਾ ਵਿੱਚ ਦਾਸ ਨੇ ਬੇਨਤੀ ਕੀਤੀ ਸੀ, ਬ੍ਰਾਹਮਣ ਗੰਗਾ ਰਾਮ ਆਇਆ ਸੀ ਬਾਜਰਾ ਵੇਚਣ ਵਾਸਤੇ ਇੱਥੇ ਦਰਬਾਰ ਸਾਹਿਬ। ਉਰੋਂ ਦਰਬਾਰ ਸਾਹਿਬ ਬਣ ਰਿਹਾ ਸੀ, ਗੁਰੂ ਅਰਜਨ ਸਾਹਿਬ ਦੇ ਉਹਨੇ ਦਰਸ਼ਨ ਕਰਨੇ ਆਇਆ ਤੇ ਵਪਾਰ ਕਰਨ ਸੀ। ਸਾਰਾ ਬਾਜਰਾ ਲੰਗਰ 'ਚ ਦੇਤਾ। ਮਹਾਰਾਜ ਕਹਿੰਦੇ ਬਾਜਰੇ ਦੀ ਕਿੰਨੀ ਮਾਇਆ ਲੈਣੀ ਹੈ? ਕਹਿੰਦਾ ਮਹਾਰਾਜ ਪਰਲੋਕ ਦੇ ਦੁੱਖਾਂ ਤੋਂ ਬਚਾ ਲਓ, ਮਾਇਆ ਨਹੀਂ ਲੈਣੀ। ਮਨ ਬਦਲ ਗਿਆ ਨਾ। ਉਹ ਕਹਿੰਦੇ ਮਹਾਰਾਜ ਹੁਣ ਮਾਇਆ ਨਹੀਂ ਚਾਹੀਦੀ। ਉਹਨਾਂ ਮਾਇਆ ਨਹੀਂ ਲਈ, ਉਹਨਾਂ ਖੁਸ਼ੀਆਂ ਲਈਆਂ। ਇਸ ਪ੍ਰਕਾਰ ਸ੍ਰੀ ਸਤਿਗੁਰੂ ਧੀ ਬਿਲੰਦ। ਇਸ ਤਰੀਕੇ ਨਾਲ ਛੇਵੇਂ ਪਾਤਸ਼ਾਹ ਵੱਡੇ ਸਤਿਗੁਰੂ ਬੜੇ ਧੀਰਜ ਵਿੱਚ। ਕਮਾਲ ਦੀ ਗੱਲ, ਪਤਾ ਵੀ ਆ ਵੀ ਫੌਜਾਂ ਆ ਗਈਆਂ, ਮਹਾਰਾਜ ਬੜੇ ਧੀਰਜ ਵਿੱਚ ਬੈਠੇ ਹਨ। ਕਰਤ ਬਿਲਾਸ ਅਨੇਕ ਵਿਦ, ਸੰਕਟ ਦਾਸ ਨਿਕੰਦ। ਆਪਣੇ ਦਾਸਾਂ ਸੇਵਕਾਂ ਦੇ ਸੰਕਟਾਂ ਨੂੰ ਨਾਸ਼ ਕਰਨ ਵਾਲੇ ਸਤਿਗੁਰੂ ਜੀ ਕਈ ਤਰ੍ਹਾਂ ਦੇ ਚੋਜ ਕਰ ਰਹੇ ਹਨ। ਉਠੇ ਬਾਗ ਤੇ ਸਤਿਗੁਰੂ, ਪਹੁੰਚੇ ਮੰਦਰ ਜਾਏ। ਮਹਾਰਾਜ ਉਸ ਬਾਗ ਵਿੱਚੋਂ ਉੱਠੇ। ਜਦੋਂ ਕਰਤਾਰਪੁਰ ਸਾਹਿਬ ਜਾਓ, ਅੱਜ ਵੀ ਉਹ ਬਾਗ ਹੈ, ਉੱਥੇ ਗੁਰਦੁਆਰਾ ਸਾਹਿਬ ਬਣਿਆ ਤੇ ਨਾਲ ਹੀ ਛੋਟੀ ਕੰਧ ਹੈ, ਸੋਢੀਆਂ ਕੋਲ ਉਹ ਜਗ੍ਹਾ ਹੈ ਤੇ ਪੁਰਾਣਾ ਹੀ ਹੈ ਸਾਰਾ ਉਹ। ਸਤਿਗੁਰੂ ਉੱਥੋਂ ਉੱਠੇ ਔਰ ਥੰਮ ਸਾਹਿਬ ਜਿੱਥੇ ਮਹਾਰਾਜ ਦੇ ਮੰਦਰ ਨੇ, ਘਰ ਨੇ, ਮਹਾਰਾਜ ਉੱਥੇ ਪਹੁੰਚ ਗਏ। ਖਾਨ ਪਾਨ ਕਰ ਜਥਾ ਰੁਚ, ਸੁਪਤ ਭਏ ਸੁਖ ਪਾਏ। ਵਾਹ ਵਾਹ ਵਾਹ, ਕੀ ਬਾਤ ਹੈ। ਪਤਾ ਲੱਗ ਗਿਆ ਵੀ ਫੌਜ ਆ ਗਈ ਹੈ। ਮਹਾਰਾਜ ਘਰ ਗਏ ਆ, ਸ਼ਾਮ ਦਾ ਨੇਮ ਹੋਇਆ, ਪ੍ਰਸ਼ਾਦ ਪਾਣੀ ਛਕਿਆ ਤੇ ਸਤਿਗੁਰੂ ਆਨੰਦ ਨਾਲ ਸੁੱਖ ਲੈਣ ਲੱਗ ਪਏ ਜੀ। ਦੇਸੀ ਬੋਲੀ 'ਚ ਕਹਿੰਦੇ ਸੌਂਗੇ, ਪਰ ਸਤਿਗੁਰ ਜਾਗਤਾ ਹੈ ਦਿਓ। ਪਰ ਕਿਹਨੂੰ ਨੀਂਦ ਆਉਂਦੀ ਜਿਹਨੂੰ ਪਤਾ ਵੀ ਲੱਖ ਬੰਦਾ ਬਾਹਰ ਮਾਰਨ ਵਾਸਤੇ ਆਇਆ ਤੇ ਉਹ ਸੌਂ ਜੇ। ਇਹ ਛੇਵੇਂ ਪਾਤਸ਼ਾਹ ਮਹਾਰਾਜ ਹੀ ਹੈ, ਉਹ ਆਰਾਮ ਕਰਨ ਲੱਗ ਪਏ ਮਹਾਰਾਜ। ਅੱਗੋਂ ਫਿਰ ਜਿਵੇਂ ਮਹਾਰਾਜ ਕਲਾ ਵਰਤਾਉਂਦੇ ਆ, ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ ਵਾਹਿਗੁਰੂ 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 ਵਾਹਿਗੁਰੂ
ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਦੋ ਪੰਕਤੀਆਂ ਪੜ੍ਹ ਕੇ ਸੰਪੂਰਨਤਾ ਹੈ ਜੀ। ਉੱਠੇ ਬਾਗ ਤੇ ਸਤਿਗੁਰੂ ਪਹੁੰਚੇ ਮੰਦਰ ਜਾਏ, ਖਾਨ ਪਾਨ ਕਰ ਜਥਾ ਰੁਚ, ਸੁਪਤ ਪਏ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।